ਅੱਜ 37ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਕੱਲ ਅਸੀਂ ਵਿਚਾਰਿਆ ਸੀ ਸਰਮਖੰਡ ਕੀ ਬਾਣੀ ਰੂਪ ਕਿ ਜਦੋਂ ਬੰਦਾ ਮਿਹਨਤ ਕਰਦਾ ਹੈ, ਗਿਆਨ ਦੇ ਰਾਹਾਂ ਤੇ ਤੁਰਦਾ ਹੈ, ਘਾਲਣਾ ਘਾਲਦਾ ਹੈ, ਤਾਂ ਇਹਦੇ ਜੀਵਨ ਦੇ ਅੰਦਰ ਸੁੰਦਰਤਾ ਪੈਦਾ ਹੁੰਦੀ ਹੈ, ਭਾਵ ਇਹਦੀ ਮਾਨਸਿਕਤਾ ਸੁੰਦਰ ਹੋ ਜਾਂਦੀ ਹੈ, ਇਹਦੀ ਬੋਲ ਬਾਣੀ ਸੁਧਰ ਜਾਂਦੀ ਹੈ, ਇਹਦਾ ਬੌਧਿਕ ਵਿਕਾਸ ਹੁੰਦਾ ਹੈ, ਆਤਮਿਕ ਤਲ ਤੇ ਬੰਦਾ ਮਹਾਨ ਹੋ ਜਾਂਦਾ ਹੈ, ਇਹਦਾ ਵਿਹਾਰ ਬੜਾ ਸੋਹਣਾ ਹੋ ਜਾਂਦਾ ਹੈ, ਇਹਦੀ ਸੋਚ ਬੜੀ ਸੋਹਣੀ ਹੋ ਜਾਂਦੀ ਹੈ। ਔਰ ਇੰਨਾ ਸੁੰਦਰ ਸੋਚ ਵਾਲਾ ਇਹ ਇਨਸਾਨ ਹੋ ਜਾਂਦਾ ਹੈ ਕਿ ਇਹਦੀ ਉੱਚਤਾ ਨੂੰ, ਇਹਦੀ ਉੱਚੀ ਅਵਸਥਾ ਨੂੰ ਬਿਆਨ ਕਰਨਾ ਵੀ ਮੁਸ਼ਕਲ ਹੋ ਜਾਂਦਾ। ਹੁਣ ਅਗਲਾ ਬਚਨ ਹੈ ਕਰਮ ਖੰਡ ਕੀ ਬਾਣੀ ਜੋਰ। ਕਰਮ ਸ਼ਬਦ ਜੇ ਅਸੀਂ ਫਾਰਸੀ ਦਾ ਲਵੀਏ ਤਾਂ ਉਹਦਾ ਮਤਲਬ ਹੁੰਦਾ ਹੈ ਕਿਰਪਾ। ਜੇ ਕਰਮ ਹਿੰਦੀ ਜਾਂ ਸੰਸਕ੍ਰਿਤ ਦਾ ਲਿਆ ਜਾਏ ਤੇ ਕਰਮ ਦਾ ਮਤਲਬ ਹੈ ਕੰਮ। ਇਹਦੇ ਬਾਰੇ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਰੱਬ ਦਾ ਹਰ ਕੰਮ ਹੀ ਕਿਰਪਾ ਬਣ ਜਾਂਦੀ ਹੈ, ਕਿਉਂਕਿ ਉਹਦੇ ਪਿੱਛੇ ਰੱਬ ਦੀ ਕੋਈ ਆਪਣੀ ਲੋੜ ਨਹੀਂ, ਤਮਾ ਨਹੀਂ। ਬਿਨਾਂ ਤਮੇ ਤੋਂ ਉਹ ਰੱਬ ਸਾਨੂੰ ਦੇ ਰਿਹਾ ਹੈ, ਕੁਦਰਤ ਸਾਨੂੰ ਸਭ ਕੁਝ ਦੇਈ ਜਾ ਰਹੀ ਹੈ। ਤੇ ਇੱਥੇ ਖੰਡ ਦਾ ਮਤਲਬ ਹੈ ਹਿੱਸਾ। ਹਿੱਸੇ ਦਾ ਮਤਲਬ ਸਾਡੀ ਉਹ ਜੀਵਨ ਦੀ ਅਵਸਥਾ ਜਿਹਦੇ ਵਿੱਚ ਅਸੀਂ ਪਹਿਲਾਂ ਵਿਚਾਰਿਆ ਸੀ ਕਿ ਧਰਮ ਯਾਨੀ ਫਰਜ਼ਾਂ ਨੂੰ ਜਦੋਂ ਅਸੀਂ ਪੂਰੇ ਕਰਦੇ ਹਾਂ ਤਾਂ ਉਹਦੇ ਵਿੱਚ ਸੱਚ ਦੇ ਆਧਾਰ ਤੇ ਬਣਾ ਮਨੁੱਖੀ ਫਰਜ਼ਾਂ ਨੂੰ ਅਸੀਂ ਪੂਰਾ ਕਰਦੇ ਹਾਂ, ਸੱਚ ਨੂੰ ਆਧਾਰ ਬਣਾ ਕੇ, ਤਾਂ ਉਹ ਸਾਡੇ ਧਰਮ ਵਾਲਾ ਜੀਵਨ ਹੁੰਦਾ ਹੈ। ਫਰਜ਼ਾਂ ਨੂੰ ਪੂਰੀਆਂ ਕਰਨ ਦੇ ਨਾਲ ਅਸੀਂ ਸਚਿਆਰ ਹੁੰਦੇ ਹਾਂ, ਸੱਚ ਨੂੰ ਆਧਾਰ ਬਣਾ ਕੇ। ਅਗਲੀ ਅਸੀਂ ਕਰਮ ਹੈ ਗਿਆਨ ਖੰਡ, ਗਿਆਨ ਵਾਲੀ ਅਵਸਥਾ, ਗਿਆਨ ਦੀ ਅਵਸਥਾ ਵਿੱਚ ਕੀਤੇ ਹੋਏ ਕਰਮ। ਉੱਥੇ ਬੰਦਾ ਕਿੰਨੀਆਂ ਸਾਰੀਆਂ ਖੋਜਾਂ ਕਰਦਾ ਹੈ, ਗਿਆਨ ਦੀ ਵਿਸ਼ਾਲਤਾ ਹੁੰਦੀ ਹੈ, ਇਹਨੂੰ ਕਾਮਨ ਸੈਂਸ ਮਿਲਦੀ ਹੈ, ਵਿਵੇਕ ਬੁੱਧ ਮਿਲਦੀ ਹੈ, ਔਰ ਗਿਆਨ ਦੇ ਚਾਨਣੇ ਦੇ ਅੰਦਰ ਅਨੰਤ ਕਰਮ ਕਰਦਾ ਇਹ ਪਾਪਾਂ ਵਿਕਾਰਾਂ ਤੋਂ ਦੂਰ ਹੁੰਦਾ ਹੋਇਆ ਰੱਬੀ ਰਹਿਮਤ ਦਾ ਪਾਤਰ ਬਣਦਾ ਹੈ, ਸਚਿਆਰ ਹੁੰਦਾ ਹੈ। ਕੁਛ ਲੋਕ ਉਹ ਨੇ ਜੋ ਮਿਹਨਤ ਕਰਦੇ ਨੇ, ਘਾਲਣਾ ਘਾਲਦੇ ਨੇ। ਜਿਹੜਾ ਇਨਸਾਨ ਘਾਲਣਾ ਘਾਲੇਗਾ ਉਹਦੇ ਜੀਵਨ ਦੇ ਅੰਦਰ ਮਹਾਨਤਾ ਆਏਗੀ, ਸੁੰਦਰਤਾ ਹੋਏਗੀ। ਇੱਥੇ ਕਰਮ ਦਾ ਮਤਲਬ ਕਿਰਪਾ। ਤੇ ਕਿਰਪਾ ਕੀ ਹੈ, ਇਸ ਬਾਰੇ ਅਸੀਂ ਆਸਾ ਕੀ ਵਾਰ ਵਿੱਚ ਵੀ ਵਿਚਾਰ ਆਏ ਹਾਂ ਕਿ ਕਿਰਪਾ ਕੀ ਹੈ। ਸਾਹਿਬ ਤੁਠੇ ਜੋ ਮਿਲੇ, ਨਾਨਕ ਸਾ ਕਰਮਾਤ ਸਾਹਿਬ ਤੁਠੇ ਜੋ ਮਿਲੇ। ਕਿਰਪਾ ਉਹਨੂੰ ਕਹਿੰਦੇ ਹਨ ਜੋ ਤਰੁੱਠ ਕੇ ਮਿਲੇ, ਖੁਸ਼ ਹੋ ਕੇ ਮਿਲੇ। ਜਿਵੇਂ ਕੋਈ ਬੱਚਾ ਸਕੂਲ ਵਿੱਚ ਪੜ੍ਹ ਰਿਹਾ ਹੈ ਤੇ ਸਕੂਲ ਦੇ ਅੰਦਰ ਪੜ੍ਹਦਿਆਂ ਉਹ ਅਨੁਸ਼ਾਸਨ ਦਾ ਪਾਲਨ ਕਰਦਾ ਹੈ, ਅਨੁਸ਼ਾਸਨ ਵਿੱਚ ਰਹਿੰਦਾ ਹੈ, ਹਾਜ਼ਰੀਆਂ ਉਹਦੀਆਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ, ਹੈਂਡ ਰਾਈਟਿੰਗ ਉਸਦੀ ਚੰਗੀ ਹੈ, ਨੰਬਰ ਉਹ ਸਭ ਤੋਂ ਜ਼ਿਆਦਾ ਲੈਂਦਾ ਹੈ। ਪੜ੍ਹਦੇ ਬਾਕੀ ਬੱਚੇ ਵੀ ਨੇ, ਲੇਕਿਨ ਉਹਨੇ ਅਨੁਸ਼ਾਸਨ ਦਾ ਪਾਲਨ ਕੀਤਾ, ਕੰਮਾਂ ਤੋਂ ਖੁਸ਼ ਹੋ ਕੇ। ਤੇ ਸਾਡੇ ਕੰਮਾਂ ਤੋਂ ਖੁਸ਼ ਹੋ ਕੇ ਸਾਨੂੰ ਰੱਬ ਵੱਲੋਂ ਗਿਫਟ ਮਿਲੇ, ਸੁੱਖ ਮਿਲੇ, ਉਹਨੂੰ ਕਹਿੰਦੇ ਨੇ ਕਿਰਪਾ। ਇਹਦਾ ਮਤਲਬ ਇਹ ਵੀ ਸਾਡੇ ਕਰਮਾਂ ਦੇ ਉੱਤੇ ਬੇਸ਼ਟ ਹੋਏਗੀ। ਜਿਹੜਾ ਬੰਦਾ ਰੱਬੀ ਰਜ਼ਾ ਦੇ ਮਤਲਬ ਅੰਦਰ ਤੁਰੇ, ਉਹਦੇ ਤੋਂ ਖੁਸ਼ ਹੋ ਕੇ ਉਹਨੂੰ ਇਹ ਦਾਤ ਮਿਲਦੀ ਹੈ। ਤੇ ਕੀ ਮਿਲਦਾ ਹੈ? ਜ਼ੋਰ। ਉਹਦੇ ਜੀਵਨ ਦੀ ਬਨਾਵਟ ਜ਼ੋਰ ਵਾਲੀ ਹੋ ਜਾਂਦੀ। ਜ਼ੋਰ ਦਾ ਮਤਲਬ ਤਾਕਤ। ਉਸ ਮਨੁੱਖ ਦੀ ਜ਼ਿੰਦਗੀ ਅੰਦਰ ਫਿਰ ਤਾਕਤ ਆਉਂਦੀ ਹੈ। ਤੇ ਤਾਕਤ ਦਾ ਮਤਲਬ ਇਹ ਨਹੀਂ ਹੈ ਕਿ ਉਹ ਫਿਰ ਗੁਆਂਢੀਆਂ ਨਾਲ ਲੜਨ ਲੱਗ ਪੈਂਦਾ ਹੈ ਜਾਂ ਆਪਣੇ ਭਰਾਵਾਂ ਦੀਆਂ ਪੱਗਾਂ ਲਾਹੁੰਦਾ ਹੈ। ਇਹੋ ਜਿਹੀ ਤਾਕਤ ਨਹੀਂ। ਉਹਦੇ ਅੰਦਰ ਇੰਨੀ ਮਾਨਸਿਕ ਪਾਵਰ ਆ ਜਾਂਦੀ ਹੈ ਕਿ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਉਹਦੀ ਮਾਨਸਿਕਤਾ ਵਿਸ਼ਾਲ ਹੋ ਜਾਂਦੀ ਹੈ। ਉਹਦੇ ਅੰਦਰੋਂ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ। ਉਹ ਵਿਕਾਰਾਂ, ਪਾਪਾਂ ਨੂੰ ਖਤਮ ਕਰ ਦਿੰਦਾ ਹੈ। ਉਹਦੀ ਸਰਬੱਤ ਦੇ ਭਲੇ ਵਾਲੀ ਮਾਨਸਿਕਤਾ, ਸੋਚ ਉਹਦੀ ਸੱਚੀ ਸੁੱਚੀ ਹੋ ਜਾਂਦੀ ਹੈ। ਇੰਨੀ ਉਹਦੇ ਵਿੱਚ ਤਾਕਤ ਆ ਜਾਂਦੀ। ਉਹਦੇ ਅੰਦਰ ਬੌਧਿਕ ਬਲ ਆਉਂਦਾ ਹੈ, ਯਾਨੀ ਉਹਨੂੰ ਐਸੀ ਸੋਝ ਔਰ ਸਮਝ ਮਿਲਦੀ ਹੈ, ਯਥਾਰਥ ਗਿਆਨ ਮਿਲਦਾ ਹੈ, ਉਹ ਬਿਲਕੁਲ ਸਹੀ ਫੈਸਲੇ ਲੈਂਦਾ ਹੈ। ਉਹਦੇ ਅੰਦਰ ਆਤਮਿਕ ਤਾਕਤ ਆਉਂਦੀ ਹੈ ਔਰ ਉਹ ਆਪਣੀ ਹਉਮੈ ਆਦਿਕ ਨੂੰ ਖਤਮ ਕਰ ਪ੍ਰਭੂ ਦੇ ਅੰਦਰ ਸਮਾ ਕੇ ਰੱਬੀ ਰੂਪ ਹੋ ਜਾਂਦਾ। ਔਰ ਫਿਰ ਐਸੇ ਮਨੁੱਖ ਨੂੰ ਜਿਹਦੀ ਸੋਚ ਵਿਸ਼ਾਲ ਹੋ ਜਾਏ, ਉਹਦੇ ਅੰਦਰ ਫਿਰ ਸਰੀਰਕ ਬਲ ਵੀ ਇੰਨਾ ਆ ਜਾਂਦਾ ਹੈ ਕਿ ਉਹ ਆਰੇ ਦੇ ਨਾਲ ਤੇ ਚਿਰ ਜਾਂਦਾ ਹੈ, ਪਰ ਸੱਚ ਤੋਂ ਉਹ ਦੂਰ ਨਹੀਂ ਹੁੰਦਾ।
ਉਹ ਦੇਗ ਵਿੱਚ ਤੇ ਉਬਲ ਜਾਂਦਾ ਹੈ, ਪਰ ਉਹ ਸੱਚ ਦਾ ਤਿਆਗ ਨਹੀਂ ਕਰਦਾ। ਉਹਦੇ ਜੀਵਨ ਦੀ ਜੋ ਬਣਾਵਟ ਹੈ ਉਹ ਜ਼ੋਰ ਵਾਲੀ ਹੁੰਦੀ ਹੈ। ਉਹਦੇ ਅੰਦਰ ਪਾਵਰ ਹੈ, ਉਹਦੇ ਅੰਦਰ ਤਾਕਤ ਹੈ, ਉਹਨੂੰ ਮਾਨਸਿਕ ਤਾਕਤ ਮਿਲਦੀ ਹੈ, ਬੌਧਿਕ ਤਾਕਤ, ਆਤਮਿਕ ਬਲ ਉਹਨੂੰ ਮਿਲ ਜਾਂਦਾ ਹੈ। ਕੌਣ? ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ। ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਦਾ ਮਤਲਬ ਉੱਥੇ, ਉਸ ਸੋਚ ਦੇ ਅੰਦਰ, ਜਿੱਦੀ ਐਸੀ ਸੋਚ ਬਣ ਜਾਏ ਨਾ, ਜਿਹਨੂੰ ਐਸੀ ਆਤਮਿਕ ਤਾਕਤ ਮਿਲ ਜਾਏ, ਬੌਧਿਕ ਤਾਕਤ ਮਿਲ ਜਾਏ, ਜ਼ੋਰ ਵਾਲੇ ਜਿਸ ਦਾ ਜੀਵਨ ਹੋ ਜਾਏ, ਉੱਥੇ ਉਹਨੂੰ ਫਿਰ ਹੋਰ ਕੋਈ ਨਹੀਂ ਦਿਸਦਾ। ਤਿੱਥੇ ਹੋਰ ਨਾ ਕੋਈ ਹੋਰ। ਉੱਥੇ ਫਿਰ ਉਹਨੂੰ ਹੋਰ ਨਹੀਂ ਕੋਈ ਦਿਸਦਾ, ਕੇਵਲ ਇੱਕ ਰੱਬ ਹੀ ਦਿਸਦਾ ਚਾਰ ਚੁਫੇਰੇ। ਜੋ ਦਿਸੈ ਸੋ ਤੇਰਾ ਰੂਪ। ਉਹਨੂੰ ਫਿਰ ਜੋ ਵੀ ਦਿਸਦਾ ਹੈ ਉਹਦਾ ਰੂਪ ਨਜ਼ਰੀ ਪੈਂਦਾ ਹੈ। ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾਂ। ਉਹਨੂੰ ਕੋਈ ਹੋਰ ਦਿਸਦਾ ਹੀ ਨਹੀਂ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬਹਿਰਾਈ। ब्रह्म पसार पसार्यो पीतर, सतगुर तिसो जी पाई। सबको मीत हम आपन कीना, हम सबना के साजन। दूर परायो मन का बिरहा, तो मेल कियो मेरे राजन। ਉਹਨੂੰ ਸਭ ਦੇ ਅੰਦਰ ਰੱਬ ਦਾ ਨੂਰ, ਉਹਦੀ ਜੋਤ, ਉਹਦਾ ਜ਼ਹੂਰ, ਉਹਦਾ ਜ਼ਲਵਾ ਨਜ਼ਰੀ ਪੈਂਦਾ ਹੈ। ਚਾਰ ਚੁਫੇਰੇ ਉਹੀ ਦਿਸਦਾ ਹੈ, ਹਰ ਥਾਂ ਤੇ ਉਹ ਦਿਸਦਾ ਹੈ, ਆਪਣੇ ਵਿੱਚ ਵੀ ਦੂਜਿਆਂ ਵਿੱਚ। ਔਰ ਐਸੀ ਜਿਹੜੀ ਜ਼ੋਰ ਵਾਲੀ ਅਵਸਥਾ ਹੈ, ਉੱਥੇ ਕੌਣ ਨੇ? ਤਿੱਥੇ ਜੋਧ ਮਹਾਬਲ ਸੂਰ। ਇਸ ਅਵਸਥਾ ਵਿੱਚ ਜਿਨ੍ਹਾਂ ਨੂੰ ਐਸੀ ਸੋਚ ਮਿਲੀ ਹੈ, ਇਸ ਸੋਚ ਦੇ ਉੱਤੇ ਯੋਧੇ ਨੇ, ਮਹਾਬਲੀ ਨੇ ਔਰ ਸੂਰਮੇ ਨੇ। ਉਹਨਾਂ ਨੂੰ ਅਸਲੀ ਯੋਧਾ ਕਿਹਾ ਜਾ ਸਕਦਾ ਹੈ। ਉਹ ਅਸਲੀ ਮਹਾਬਲੀ ਨੇ, ਉਹ ਅਸਲੀ ਸੂਰਮੇ ਨੇ, ਜੋ ਐਸੀ ਸੋਚ ਰੱਖਣ ਵਾਲੇ ਨੇ। ਉਹਨਾਂ ਨੂੰ ਅਸੀਂ ਸੂਰਮਾ ਕਹਿ ਸਕਦੇ ਹਾਂ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਸੂਰਮੇ ਦਾ ਮਤਲਬ ਕੇਵਲ ਇੰਨਾ ਨਹੀਂ ਕਿ ਮੈਦਾਨ ਦੇ ਅੰਦਰ ਜਾ ਕੇ ਕਿਸੇ ਨੂੰ ਮਾਰ ਦੇਣਾ ਜਾਂ ਜੰਗੀ ਜਿੱਤ ਪ੍ਰਾਪਤ ਕਰ ਲੈਣੀ। ਮੇਰਾ ਕਦਾਚਿਤ ਭਾਵ ਨਹੀਂ ਕਿ ਉਹ ਜੰਗੀ ਜਿੱਤ ਪ੍ਰਾਪਤ ਕਰਨ ਵਾਲਾ ਸੂਰਮਾ ਨਹੀਂ ਹੁੰਦਾ, ਲੇਕਿਨ ਜੰਗ ਤੇ ਔਰੰਗਜ਼ੇਬ ਵੀ ਜਿੱਤ ਸਕਦਾ ਹੈ। ਇਸ ਲਈ ਅਸਲੀ ਸੂਰਮਾ ਉਹ ਹੈ ਜਿਸ ਨੇ ਵਿਕਾਰਾਂ ਨੂੰ ਜਿੱਤ ਲਿਆ, ਜਿਸ ਨੇ ਮੇਰ ਤੇਰ ਦੇ ਵਿਤਕਰਿਆਂ ਦੇ ਉੱਤੇ ਫਤਿਹ ਪਾ ਲਈ ਹੈ। ਦੇਖੋ ਕਿੰਨੇ ਲੋਕ ਨੇ, ਕਿਤਨੇ ਧਰਮ ਨੇ, ਕਿਤਨੇ ਧਰਮ ਅਸਥਾਨ ਨੇ, ਕਿੰਨਾ ਲੰਬਾ ਚੌੜਾ ਪ੍ਰਚਾਰ ਔਰ ਪ੍ਰਸਾਰ ਹੋ ਰਿਹਾ ਹੈ, ਔਰ ਬੰਦਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਹੈ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ। ਪਰ ਕਿੰਨੇ ਲੋਕ ਨੇ ਜਿਹੜੇ ਜਾਤੀਵਾਦ ਚੋਂ ਬਾਹਰ ਆ ਗਏ ਨੇ? ਕਿਹੜਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਕਿ ਮੈਂ ਜਾਤੀਵਾਦ ਨੂੰ ਬਿਲਕੁਲ ਨਹੀਂ ਮੰਨਦਾ, ਮੈਂ ਆਪਣੇ ਨਾਮ ਦੇ ਪਿੱਛੇ ਸਰਨੇਮ ਬਿਲਕੁਲ ਛੱਡ ਦਿੱਤਾ? ਕਿੰਨੇ ਕੁ ਲੋਕ ਨੇ, ਕਿੰਨੇ ਕੁ ਸੂਰਮੇ ਨੇ ਜਿਹੜੇ ਇਸ ਪਾਸੇ ਨਿਤਰੇ ਨੇ? ਕਿੰਨੇ ਕੁ ਸੂਰਮੇ ਨੇ ਜੋ ਮਨੁੱਖੀ ਹੱਕਾਂ ਵਾਸਤੇ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ? ਕਿੰਨੇ ਕੁ ਲੋਕ ਤੁਹਾਡੀ ਨਜ਼ਰ ਦੇ ਅੰਦਰ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਆਪਣੀ ਸੋਚ ਰੱਖਦੇ ਨੇ, ਜੀਵਨ ਜੀ ਰਹੇ ਨੇ ਜਾਂ ਸਚਿਆਰ ਹੋ ਗਏ ਨੇ? ਕਿੰਨੇ ਕੁ ਨੇ ਲੋਕ? ਨਹੀਂ ਨਾ। ਤਾਂ ਇਹਦਾ ਮਤਲਬ ਫਿਰ ਸੂਰਮਾ ਉਹੀ ਹੈ ਨਾ ਜੋ ਸਚਿਆਰ ਹੋ ਗਿਆ, ਜਿਸ ਨੇ ਕੂੜ ਦੇ ਬੰਧਨਾਂ ਨੂੰ ਤੋੜ ਦਿੱਤਾ, ਜਿਹਨੇ ਇਹਨਾਂ ਦੀਵਾਰਾਂ ਨੂੰ ਤੋੜ ਦਿੱਤਾ, ਜਿਹੜਾ ਇਹਨਾਂ ਬੰਧਨਾਂ ਦੇ ਵਿੱਚੋਂ ਬਾਹਰ ਆ ਗਿਆ। ਉਹ ਜੇਕਰ ਮੈਦਾਨੇ ਜੰਗ ਦੇ ਅੰਦਰ ਜੂਝੇਗਾ ਤਾਂ ਹਿਊਮਨ ਰਾਈਟਸ ਵਾਸਤੇ ਜੂਝੇਗਾ, ਉਹ ਮਨੁੱਖਤਾ ਦੇ ਭਲੇ ਵਾਸਤੇ ਲੜੇਗਾ। ਉਹਨੂੰ ਰਾਜ ਭਾਗ ਦੀ ਦੂਜੇ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਕਹਿ ਦੇਵੇਗਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮੇਰੀ ਸੱਚ ਦੇ ਨਾਲ ਪ੍ਰੀਤ ਬਣੀ ਰਹੇ। ਨਾ ਮੈਨੂੰ ਮਰਨ ਤੋਂ ਬਾਅਦ ਵਾਲੀ ਮੁਕਤੀ ਚਾਹੀਦੀ ਹੈ, ਔਰ ਨਾ ਸੱਚ ਨੂੰ ਛੱਡ ਕੇ ਮੈਨੂੰ ਰਾਜ ਚਾਹੀਦਾ ਹੈ। ਮੈਨੂੰ ਪ੍ਰੀਤ ਚਾਹੀਦੀ ਹੈ ਸੱਚ ਦੀ। ਉਹਨੂੰ ਗੁਰੂ ਜੀ ਸੂਰਮਾ ਕਹਿੰਦੇ ਨੇ। ਉਹ ਯੋਧਾ ਹੈ, ਉਹ ਮਹਾਬਲੀ ਹੈ, ਜਿਹਨੇ ਇਹਨਾਂ ਵਿਕਾਰਾਂ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ, ਜਿਹੜਾ ਇਹਨਾਂ ਵਿਕਾਰਾਂ ਅੱਗੇ ਡੋਲਦਾ ਨਹੀਂ। ਅਸੀਂ ਤਾਂ ਨਿੱਕੀਆਂ ਨਿੱਕੀਆਂ ਚਿੰਤਾਵਾਂ ਦੇ ਨਾਲ ਪਰੇਸ਼ਾਨ ਹੋ ਜਾਂਦੇ ਹਾਂ। ਬੰਦਾ ਥਾਂ ਥਾਂ ਤੇ ਆਪਣਾ ਈਮਾਨ ਵੇਚ ਦਿੰਦਾ ਹੈ, ਨਿੱਕੀ ਨਿੱਕੀ ਗੱਲ ਦੇ ਉੱਤੇ ਫੈਸਲਾ ਕਰ ਲੈਂਦਾ ਹੈ, ਸੱਚ ਦੇ ਨਾਲ ਸੱਚ ਨੂੰ ਤਿਆਗ ਦਿੰਦਾ ਹੈ, ਧਰਮ ਨੂੰ ਤਿਆਗ ਦਿੰਦਾ ਹੈ। ਸਾਡੀ ਜੀ ਮਾਸੀ ਨਹੀਂ ਮੰਨਦੀ, ਮਾਸੀ ਨਾਰਾਜ਼ ਹੋ ਜਾਏਗੀ ਜੇ ਕੰਮ ਕੀਤਾ। ਸੱਚ ਨਾਲੋਂ ਮਾਸੀ ਵੱਡੀ ਹੈ। ਮੇਰਾ ਕਹਿਣ ਦਾ ਕਦਾਚਿਤ ਭਾਵ ਨਹੀਂ
ਕਿ ਇਹਨਾਂ ਰਿਸ਼ਤਿਆਂ ਨੂੰ ਤੋੜਿਆ ਜਾਏ। ਮਾਸੀ ਸ਼ਬਦ ਮੇਰੇ ਜ਼ੁਬਾਨ ਚੋਂ ਨਿਕਲ ਗਿਆ। ਕਹਿਣ ਤੋਂ ਭਾਵ ਕਿ ਸਾਡੇ ਰਿਸ਼ਤੇ ਨਾਤੇ ਲੋਕਾਚਾਰੀ, ਉਹਦੇ ਕਰਕੇ ਅਸੀਂ ਸੱਚ ਨੂੰ ਛੱਡ ਦਿੰਨੇ ਆ। ਕਬੀਰ ਜੀ ਕਿਤਨੇ ਵੱਡੇ ਮਹਾਬਲੀ ਸੂਰਮੇ ਹੋਣਗੇ ਜਿਨ੍ਹਾਂ ਨੇ ਲੋਕਾਚਾਰ ਦਾ ਤਿਆਗ ਕਰ ਦਿੱਤਾ। ਕਬੀਰ ਜੀ ਨੂੰ ਲੋਕ ਕਹਿੰਦੇ ਨੇ ਕਿ ਤੂੰ ਤੇ ਬੇਪੱਤਾ ਹੈ, ਨਾ ਮੁਸਲਮਾਨਾਂ ਵਾਲੇ ਕੰਮ ਕਰਨਾ ਹੈ, ਨਾ ਹਿੰਦੂਆਂ ਵਾਲੇ ਕੰਮ ਕਰਨਾ ਹੈ, ਨਾ ਤੂੰ ਮੱਕਾ ਕਾਬਾ ਜਾਂਦਾ ਹੈ, ਨਾ ਤੂੰ ਗੰਗਾ ਤੇ ਜਾਂਦਾ ਹੈ, ਤੂੰ ਕੈਸਾ ਬੰਦਾ। ਉਹ ਕਹਿੰਦੇ ਨੇ ਹਮ ਅਪਤ ਹੈ ਆਪਣੀ ਪਤ ਹੋਈ, ਹਮਰੇ ਖੋਜ ਪਰੋਮਤ ਹੋਈ, ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋ ਪਾਜ। ਇਹ ਦੁਨੀਆ ਦੇ ਲੋਕੋ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਤੁਹਾਡੇ ਪਰਦੇ ਫਾਸ਼ ਹੋਣਗੇ। ਮੈਨੂੰ ਤੇ ਤੁਸੀਂ ਕਹਿੰਦੇ ਹੋ ਕਿ ਤੈਨੂੰ ਇੱਜ਼ਤ ਬੇਇੱਜ਼ਤੀ ਦੀ ਲਾਜ ਨਹੀਂ, ਤੁਹਾਡਾ ਪਤਾ ਉਦੋਂ ਲੱਗੇਗਾ ਜਦੋਂ ਪਰਦੇ ਫਾਸ਼ ਹੋਣਗੇ, ਜੋ ਤੁਸੀਂ ਧਰਮੀ ਬਣੇ ਫਿਰਦੇ ਹੋ। ਅਸਲੀ ਤੁਹਾਡੀ ਅਸਲੀਅਤ ਦਾ ਪਤਾ ਲੱਗੇਗਾ। ਕਿੰਨੇ ਬੇਬਾਕ ਹੋਣਗੇ ਨਾ, ਉਹਨਾਂ ਨੂੰ ਕਹਿੰਦੇ ਨੇ ਸੂਰਮੇ। ਜਦੋਂ ਜਾਤੀਵਾਦ ਦੀ ਗੱਲ ਆਈ ਤੇ ਉਸ ਸਮੇਂ ਜਦੋਂ ਸ਼ੂਦਰ ਵਾਸਤੇ ਇਹ ਨਿਯਮ ਸਨ ਕਿ ਜੇ ਬੋਲੇ ਤੇ ਇਹਦੀ ਜ਼ਬਾਨ ਕੱਟ ਦਿਓ, ਉਦੋਂ ਭਗਤ ਕਬੀਰ ਜੀ ਕਹਿ ਰਹੇ ਨੇ, ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ तो आन बाट काहे नहीं आया, तुम कत बामन हम कत सूद, हम कत लोहू तुम कत दूध। ਜਦੋਂ ਉਦੋਂ ਇਹ ਬਚਨ ਕਹੇ ਹੋਣਗੇ ਤੇ ਕਿਹੜੇ ਵੱਡੇ ਸ਼ੂਰਮੇ ਹੋਣਗੇ। ਅੱਜ ਵੀ ਕਿਸੇ ਭ੍ਰਸ਼ਟ ਰਾਜਨੀਤਿਕ ਨੂੰ ਤੁਸੀਂ ਭ੍ਰਸ਼ਟ ਕਹਿ ਕੇ ਦੇਖੋ, ਜੇਲ੍ਹਾਂ ਵਿੱਚ ਪਾ ਦੇਣ। ਕਿੱਡੇ ਵੱਡੇ ਗੁਰੂ ਨਾਨਕ ਦੇਵ ਜੀ ਸ਼ੂਰਮੇ ਹੋਣਗੇ ਜਿਹੜੇ ਬਾਬਰ ਨੂੰ ਦੇ ਸਾਹਮਣੇ ਜਾਵਰ ਕਹਿ ਰਹੇ ਨੇ ਔਰ ਕਹਿੰਦੇ ਨੇ, ਰਾਜੇ ਸ਼ਹੀ ਮੁਕੱਦਮ ਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ, ਖਾਓ ਰਤ ਪਿੱਤ ਉੱਤੇ ਹੋ ਚੱਟ ਜਾਓ। ਇਹ ਹੈ ਭਗਤੀ, ਸੱਚ ਨੂੰ ਸੱਚ ਕਹਿਣਾ, ਸੱਚ ਵਾਸਤੇ ਡਟ ਜਾਣਾ। ਮਾਲਾ ਫੇਰਨੀ ਭਗਤੀ ਨਹੀਂ ਹੈ। ਮਾਲਾ ਤੁਸੀਂ ਫੇਰੀ ਜਾਓ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਜਿੰਨੀ ਮਰਜ਼ੀ ਫੇਰੀ ਜਾਓ, ਮਾਲਾ ਕਹਿੰਦਾ ਕੋਈ ਨਾ। ਤੁਹਾਨੂੰ ਕੋਈ ਰਾਜਨੀਤਿਕ ਕਹੇਗਾ, ਨਾ ਲੀਡਰ, ਨਾ ਤੁਹਾਨੂੰ ਕੋਈ ਪੁਲਿਸ, ਕੋਈ ਨਹੀਂ ਫੜਦਾ। ਮਾਲਾ ਫੇਰੀ ਜਾਓ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜਾਓ। ਪਰ ਜਦੋਂ ਤੁਸੀਂ ਕਹੋਗੇ ਕਿ ਇਹ ਬੰਦਾ ਰਿਸ਼ਵਤਖੋਰ ਹੈ, ਇਹ ਲੀਡਰ ਬੇਈਮਾਨ ਹੈ, ਉਦੋਂ ਤਕਲੀਫ ਹੋ। ਸੱਚ ਬੋਲੋ। ਇਹਦਾ ਮਤਲਬ ਸੂਰਮਾ ਮਾਲਾ ਫੇਰਨ ਵਾਲਾ ਨਹੀਂ, ਸਮਾਧੀ ਲਾਉਣ ਵਾਲਾ ਨਹੀਂ, ਸੂਰਮਾ ਸੱਚ ਬੋਲਣ ਵਾਲਾ ਹੈ। ਔਰ ਸੱਚ ਬੋਲਣਾ ਹੀ ਭਗਤੀ ਹੈ। ਇਸ ਲਈ ਕਹਿ ਰਹੇ ਨੇ, ਤਿੱਥੇ ਜੋਧ ਮਹਾਬਲ ਸੂਰ। ਤੇ ਉਹ ਜਿਹੜੇ ਜੋਧੇ ਮਹਾਬਲੀ ਸੂਰਮੇ ਨੇ, ਤਿੰਨ ਮਹਿ ਰਾਮ ਰਹਿਆ ਭਰਪੂਰ। ਤਿੰਨ ਮਹਿ ਦਾ ਮਤਲਬ ਉਹਨਾਂ ਵਿੱਚ, ਰਾਮ ਦਾ ਮਤਲਬ ਰਮਿਆ ਹੋਇਆ ਜੋ ਰੱਬ ਹੈ, ਰਹਿਆ ਦਾ ਮਤਲਬ ਰਿਹਾ, ਭਰਪੂਰ ਦਾ ਮਤਲਬ ਪਰਿਪੂਰਨ, ਹਰ ਵਕਤ ਉਹਨਾਂ ਦੇ ਰੋਮ ਰੋਮ ਦੇ ਅੰਦਰ ਰੱਬ ਵਸਦਾ ਹੈ, ਉਹਨਾਂ ਦੀ ਸੋਚ ਵਿੱਚ ਰੱਬ ਵਸਦਾ। ਉਹ ਸਚਿਆਰ ਨੇ, ਉਹ ਰੱਬ ਦੇ ਨਾਲ ਮਿਲੇ ਹੋਏ ਨੇ। ਤਾਂ ਇਹਦਾ ਮਤਲਬ ਭਗਤੀ ਕੀ ਹੋਈ ਕਿ ਜਿੱਥੇ ਹੋਰ ਕੋਈ ਦਿਸਦਾ ਹੀ ਨਹੀਂ, ਕੇਵਲ ਰੱਬ ਹੀ ਸਾਰਿਆਂ ਵਿੱਚ ਦਿਸ ਰਿਹਾ ਹੈ। ਜਿੱਥੇ ਕੋਈ ਵਿਕਾਰ ਨਹੀਂ, ਜਿੱਥੇ ਵਿਕਾਰਾਂ ਦੇ ਉੱਤੇ ਫਤਿਹ ਪਾ ਲਈ ਹੈ, ਜੋ ਸੱਚ ਵਾਸਤੇ ਵਿਕਦਾ ਨਹੀਂ ਹੈ, ਜੋ ਸੱਚ ਨੂੰ ਸੱਚ ਕਹਿੰਦਾ ਹੈ, ਜੋ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦਾ, ਅਸਲ ਦੇ ਅੰਦਰ ਉਹਨਾਂ ਵਿੱਚ ਰੱਬ ਵਸਦਾ। ਇਹ ਸਮਝ ਲਓ ਕਿ ਉਹਨਾਂ ਵਿੱਚ ਰੱਬ ਵਸ ਰਿਹਾ ਹੈ। ਬਾਕੀ ਜਿਹੜੇ ਮੇਰੇ ਵਰਗੇ ਨੇ ਉਹ ਸਾਰੇ ਡਰਾਮਾ ਕਰ ਰਹੇ। ਤੇ ਇਸ ਦੁਨੀਆ ਦੇ ਅੰਦਰ ਧਰਮ ਦੇ ਨਾਮ ਤੇ ਬਹੁਤ ਵੱਡੇ ਵੱਡੇ ਡਰਾਮੇ ਹੋ ਰਹੇ ਨੇ। ਇੱਕ ਤੋਂ ਇੱਕ ਵੱਧ ਡਰਾਮੇਬਾਜ਼ ਇਸ ਦੁਨੀਆ ਦੇ ਅੰਦਰ ਆਪ ਨੂੰ ਮਿਲ ਜਾਏਗਾ। ਧਰਮ ਦੇ ਨਾਮ ਦੇ ਉੱਤੇ ਡਰਾਮੇ ਕਰਨ ਵਾਲੇ ਇੱਕ ਤੋਂ ਇੱਕ ਵੱਧ ਮਿਲਣਗੇ, ਗਲੀਆਂ ਬਾਜ਼ਾਰਾਂ ਵਿੱਚ ਮਿਲਣਗੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਉਹਨਾਂ ਦੇ ਅੰਦਰ ਰੱਬ ਪਰਿਪੂਰਨ ਹੈ। ਪਰਿਪੂਰਨ ਦਾ ਮਤਲਬ ਹਰ ਵਕਤ ਉਹਨਾਂ ਦੇ ਅੰਦਰ ਸੱਚ ਹੈ। ਜਦ ਬੋਲਣਗੇ ਉਦੋਂ ਸੱਚ ਬੋਲਣਗੇ, ਜਦ ਕੋਈ ਕਰਮ ਕਰਨਗੇ ਸੱਚ ਕਰਨਗੇ, ਜਦੋਂ ਸੋਚਣਗੇ ਸੱਚ ਸੋਚਣਗੇ, ਕਿਉਂਕਿ ਰਮਿਆ ਹੋਇਆ ਹੈ ਨਾ, ਪਰਿਪੂਰਨ ਹੈ ਅੰਦਰ। ਤੇ ਜੈਸੀ ਇਨਪੁਟ ਹੋਏਗੀ ਵੈਸੀ ਆਉਟਪੁੱਟ ਆਏਗੀ। ਜੈਸਾ ਬੀਜ ਅੰਦਰ ਹੋਏਗਾ ਉਹ ਪ੍ਰਗਟ ਹੋਏਗਾ। ਤੇ ਤੁਸੀਂ ਸਮਾਜ ਦੇ ਅੰਦਰ ਵੇਖੋ ਵਿਚਰ ਕੇ, ਅਸੀਂ ਵਿਚਰਦੇ ਆ ਨਾ ਸਾਰੇ, ਮਨੁੱਖਤਾ ਦੇ ਅੰਦਰ ਉਹ ਧਰਮ ਪ੍ਰਗਟ ਹੋਣਾ ਚਾਹੀਦਾ ਸੀ, ਲੇਕਿਨ ਧਰਮ ਪ੍ਰਗਟ ਤੇ ਕਿਤੇ ਵੀ ਨਹੀਂ। ਹੁਣ ਇੰਡੀਆ ਵੱਲ ਜੇ ਅਸੀਂ ਝਾਤ ਮਾਰੀਏ ਤਾਂ ਇੱਕ ਇੱਕ ਪਿੰਡ ਦੇ ਅੰਦਰ 3-3 4-4 ਗੁਰਦੁਆਰੇ ਨੇ, 2-2 3-3 4-4 ਮੰਦਿਰ ਵੀ ਨੇ, ਹੋਰ ਡੇਰੇ ਵੀ ਨੇ। ਯਾਨੀ ਘੱਟ ਤੋਂ ਘੱਟ ਜੋ ਧਰਮ ਸਥਾਨ ਨੇ, ਰਲਵੇਂ ਮਿਲਵੇਂ 7-7 8-8 ਧਰਮ ਸਥਾਨ ਇੱਕ ਇੱਕ ਪਿੰਡ ਵਿੱਚ ਨੇ। ਤਾਂ ਉਹ ਪਿੰਡ ਤਾਂ ਬਿਲਕੁਲ ਧਰਮੀ ਹੋਣੇ ਚਾਹੀਦੇ ਨੇ।
पर की उन्हां पिंडां दे विचों कोई रात नूं 10-11 वजे नौजवान कुड़ी पिंड दे दूजे किनारे वल जा सकदी है इकल्ली? नहीं ना। पर इन्हां देशां विच ਇਹ नहीं मैं कह रहा कि सारे देश धर्मी ने ते ਉਹ धर्मी ने, ਇਹ चीज समझण वाली है। ਹੁਣ ਰਿਵਰ ਸਾਈਡ ਵੱਲ ਘੁੰਮਣ ਜਾਈਏ ਤਾਂ ਨੌਜਵਾਨ ਬੱਚੀਆਂ ਨੇ ਕੱਲੀਆਂ ਫਿਰ ਰਹੀਆਂ ਨੇ, ਕੋਈ ਉਹਨਾਂ ਵੱਲ ਮਾੜੀ ਨਜ਼ਰ ਨਾਲ ਦੇਖਦਾ ਵੀ ਨਹੀਂ, ਕੋਈ ਇਹੋ ਜੀ ਘਟਨਾ ਘਟਣ ਦਾ ਸਵਾਲ ਹੀ ਪੈਦਾ ਨਹੀਂ ਹੈ। ਲੇਕਿਨ ਇਹਨਾਂ ਨੂੰ ਅਸੀਂ ਧਰਮੀ ਕਹਿੰਦੇ ਹਾਂ, ਤੇ ਜਿਨ੍ਹਾਂ ਨੂੰ ਅਸੀਂ ਧਰਮੀ ਕਹਿੰਦੇ ਹਾਂ ਉੱਥੇ ਕੀ ਐਸਾ ਹੋ ਸਕਦਾ? ਕਦੇ ਵੀ ਨਹੀਂ। ਫਿਰ ਧਰਮ ਕਿੱਥੇ ਗਿਆ? ਇਸ ਲਈ ਧਰਮ ਦੇ ਨਾਮ ਤੇ ਡਰਾਮੇਬਾਜ਼ੀ ਹੈ, ਤੇ ਗੁਰੂ ਪਾਤਸ਼ਾਹ ਨੇ ਇਸ ਡਰਾਮੇਬਾਜ਼ੀ ਦਾ ਬਿਲਕੁਲ ਪਰਦੇ ਫਾਸ਼ ਕੀਤੇ ਨੇ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਤਿੰਨ ਮਹਿ ਰਾਮ ਰਹਿਆ ਭਰਪੂਰ। ਜੋ ਜ਼ੋਰ ਵਾਲੀ ਅਵਸਥਾ ਅੰਦਰ ਨੇ, ਉਹਨਾਂ ਦੀ ਮੈਂਟੈਲਿਟੀ, ਮਾਨਸਿਕਤਾ ਦੇ ਅੰਦਰ ਰੱਬੀ ਗੁਣ ਨੇ, ਉਹਨਾਂ ਦੇ ਅੰਦਰ ਕੁਆਲਿਟੀ ਹੈ, ਉਹਨਾਂ ਦੇ ਅੰਦਰ ਸੱਚ ਹੈ, ਹਰ ਪਲ ਸੱਚ ਹੈ। ਤੇ ਉਹਨਾਂ ਦੀ ਕੈਸੀ ਹੈ ਅਵਸਥਾ? ਤਿੱਥੈ ਸੀਤੋ ਸੀਤਾ ਮਹਿਮਾਮਾ ਹੈ। ਹੁਣ ਤਿੱਥੇ ਦਾ ਮਤਲਬ ਉੱਥੇ, ਉੱਥੇ ਦਾ ਮਤਲਬ ਇਹ ਨਹੀਂ ਕਿ ਉੱਤੇ ਕੋਈ ਵੱਖਰਾ ਖੰਡ ਹੈ, ਚੌਥੀ ਪੰਜਵੀਂ ਮੰਜ਼ਲ ਤੇ ਪੰਜਵੇਂ ਛੇਵੇਂ ਆਕਾਸ਼ ਤੇ। ਤਿੱਥੇ ਦਾ ਮਤਲਬ ਉਸ ਅਵਸਥਾ ਵਿੱਚ, ਯਾਨੀ ਉਹਨਾਂ ਲੋਕਾਂ ਦੀ ਮੈਂਟੈਲਿਟੀ ਦੇ ਅੰਦਰ ਸੀਤੋ ਸੀਤਾ। ਸੀਤੋ ਸੀਤਾ ਦਾ ਮਤਲਬ ਚੰਗੀ ਤਰ੍ਹਾਂ ਸੀਤਾ ਹੋਇਆ, ਚੰਗੀ ਤਰ੍ਹਾਂ ਸੀਤਾ ਹੋਇਆ, ਜਿਹੜਾ ਕਦੇ ਪਾਟਦਾ ਨਹੀਂ, ਜਿਹੜਾ ਕਦੇ ਉੱਡੜਦਾ ਨਹੀਂ। ਮਹਿਮਾ ਮਾਹੇ, ਮਹਿਮਾ ਦਾ ਮਤਲਬ ਸਿੱਤ ਸਲਾਹ, ਮੀਨਸ ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਗੁਣਾਤਮਕ ਸੋਚ। ਰੱਬੀ ਰਜਾ ਭਾਣੇ ਦੇ ਅੰਦਰ ਮਨ ਬਿਲਕੁਲ ਸੀਤਾ ਹੋਇਆ ਹੈ। ਉਸ ਅਵਸਥਾ ਦੇ ਅੰਦਰ ਜੋ ਮਨ ਹੈ ਉਹ ਸੱਚ ਦੇ ਨਾਲ ਚੰਗੀ ਤਰ੍ਹਾਂ ਸੀਤਾ ਹੋਇਆ ਹੈ। ਹੁਣ ਉਹਨਾਂ ਦਾ ਮਨ ਕਿਵੇਂ ਸੀਤਾ ਜਾਂਦਾ? ਦੇਖੋ ਪ੍ਰੋਬਲਮ ਹੈ ਥੋੜੀ ਜਿਹੀ ਸੀਣ ਵਾਸਤੇ, ਇਸ ਚੀਜ਼ ਨੂੰ ਸਮਝ ਲੈਣਾ। ਕੋਈ ਬੀਬੀ ਭੈਣ ਜਾਂ ਵੀਰ ਟੇਲਰ ਮਸ਼ੀਨ ਚਲਾ ਰਿਹਾ ਹੈ, ਕੱਪੜੇ ਸੀ ਰਿਹਾ ਹੈ, ਇੱਕ ਧਾਗਾ ਉੱਤੇ ਫਿਰਕੀ ਵਿੱਚ ਚੱਲ ਰਿਹਾ ਹੈ ਤੇ ਮਸ਼ੀਨ ਦੇ ਇੱਕ ਧਾਗਾ ਅੰਦਰਲੀ ਫਿਰਕੀ ਤੇ ਚੱਲਦਾ ਹੈ। ਸੂਈ ਜਿਹੜੀ ਹੈ ਬਾਹਰ ਵਾਲੇ ਧਾਗੇ ਦੇ ਸਹਿਯੋਗ ਦੇ ਨਾਲ ਅੰਦਰ ਵਾਲੇ ਧਾਗੇ ਨੂੰ ਬਾਹਰ ਕੱਢ ਕੇ ਇੱਕ ਗੰਢ ਮਾਰਦੀ ਜਾਂਦੀ ਹੈ ਤੇ ਉਹ ਕੱਪੜਾ ਸੀਪਦਾ ਜਾਂਦਾ, ਉੱਧੜਦਾ ਨਹੀਂ। ਕਈ ਵਾਰ ਹੁੰਦਾ ਅੰਦਰਲੀ ਫਿਰਕੀ ਦਾ ਧਾਗਾ ਮੁੱਕ ਜਾਂਦਾ ਤੇ ਬੰਦਾ ਮਸ਼ੀਨ ਘੁਮਾਈ ਜਾ ਰਿਹਾ ਬੜੀ ਤੇਜ਼ੀ ਨਾਲ, ਤੇ ਕੱਪੜੇ ਦੇ ਉੱਤੇ ਸੀਣ ਵੀ ਵੱਜਦੀ ਜਾ ਰਹੀ ਹੈ, ਪਰ ਜਦੋਂ ਕੱਪੜੇ ਨੂੰ ਚੁੱਕਦਾ ਕੱਪੜਾ ਉੱਧੜ ਜਾਂਦਾ ਹੈ। ਇਸ ਵਾਸਤੇ ਕੱਪੜਾ ਚੰਗੀ ਤਰ੍ਹਾਂ ਸੀਪ ਜਾਏ, ਦੋਵੇਂ ਧਾਗੇ ਚਾਹੀਦੇ ਨੇ, ਅੰਦਰਲਾ ਧਾਗਾ ਵੀ ਔਰ ਬਾਹਰਲਾ ਵੀ। ਕੱਲਾ ਬਾਹਰਲਾ ਧਾਗਾ ਹੋਏਗਾ ਕੱਪੜਾ ਸੀਪੇਗਾ ਨਹੀਂ। ਹੁਣ ਜੇ ਸੱਚ ਦੇ ਨਾਲ ਸੀਪਣਾ ਤੇ ਦੋ ਧਾਗੇ ਚਾਹੀਦੇ ਨੇ। ਇੱਕ ਤੇ ਬਾਹਰਲਾ ਧਾਗਾ ਜਿਹੜਾ ਸਾਡਾ ਬਾਹਰਲਾ ਜੀਵਨ ਹੈ, ਜੋ ਮੇਰੇ ਬਾਹਰਲੇ ਬੋਲ ਨੇ, ਇਹ ਤਾਂ ਮੈਂ ਹੁਣ ਗੁਰਬਾਣੀ ਦੀ ਗੱਲ ਕਰ ਰਿਹਾ ਔਰ ਬੜੇ ਕੌਨਫੀਡੈਂਸ ਨਾਲ ਕਰ ਰਿਹਾ। ਇਹ ਤੇ ਹੈਗਾ ਬਾਹਰ ਦਾ ਧਾਗਾ, ਜੋ ਮੇਰਾ ਬਾਹਰਲਾ ਜੀਵਨ ਹੈ, ਜੋ ਬਾਹਰੋਂ ਮੈਂ ਵਿਖਾ ਰਿਹਾ, ਬੋਲ ਰਿਹਾ, ਕੱਪੜੇ ਪਾਏ ਨੇ, ਤੇ ਬਾਹਰਲਾ ਧਾਗਾ ਹੈ। ਅੰਦਰਲਾ ਧਾਗਾ ਹੈ ਮੇਰੀ ਮੈਂਟੈਲਿਟੀ, ਸੋਚ। ਉਹਦੇ ਵਿੱਚ ਕੀ ਹੈ? ਕਿ ਉਹਦੇ ਵਿੱਚ ਵੀ ਸੱਚ ਹੈ? ਜੇ ਅੰਦਰ ਵੀ ਸੱਚ ਹੈ, ਬਾਹਰ ਵੀ ਸੱਚ ਹੈ, ਫਿਰ ਤੇ ਜਾਏਗਾ ਇਹ ਸੱਚ ਦੇ ਨਾਲ ਸੀਪ, ਫਿਰ ਕਦੇ ਉੱਧੜੇਗਾ ਨਹੀਂ। ਆਰੇ ਨਾਲ ਚੀਰ ਦਿਓਗੇ ਉੱਧੜੇਗਾ ਨਹੀਂ। ਤੇ ਜੇ ਅੰਦਰਲਾ ਧਾਗਾ ਖਤਮ ਹੈ, ਸੋਚ ਦੇ ਅੰਦਰ ਨਹੀਂ, ਬਾਹਰ ਹਵਾਈ ਗੱਲਾਂ ਨੇ, ਬੰਦਾ ਉੱਧੜ ਜਾਏਗਾ, ਸੱਚ ਨਾਲੋਂ ਟੁੱਟ ਜਾਏਗਾ। ਔਰ ਰੀਜਨ ਹੀ ਇਹ ਹੈ ਕਿ ਬੰਦਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ। ਇਸ ਲਈ ਅੰਦਰ ਦਾ ਔਰ ਬਾਹਰ ਦਾ ਤਾਲਮੇਲ ਬਹਿਣਾ ਬਹੁਤ ਜ਼ਰੂਰੀ ਹੈ। ਸਾਨੂੰ ਕੋਈ ਕਵੇ ਨਾ ਗੁਰਦੁਆਰਾ ਸਾਹਿਬ ਬਹਿਣ ਲਈ, ਜਾਂ ਕਲਾਸ ਵਿੱਚ ਬਹਿਣ ਲਈ, ਜਾਂ ਘਰ ਦੇ ਅੰਦਰ ਗੁਰਬਾਣੀ ਦੀ ਗੱਲ ਕਰਨ ਲਈ, ਸੱਚ ਦੀ ਗੱਲ ਕਰਨ ਲਈ, ਤੇ ਅਸੀਂ ਆਮ ਕਹਿੰਦੇ ਆ ਯਾਰ ਸੰਗਤ ਵਿੱਚ ਜਾ ਕੇ ਮਨ ਨਹੀਂ ਲੱਗਦਾ। ਬਾਣੀ ਪੜ੍ਹਨ ਲੱਗਦੇ ਆ, ਪਾਠ ਕਰਨ ਲੱਗਦੇ ਆ, ਮਨ ਨਹੀਂ ਲੱਗਦਾ, ਧਿਆਨ ਉੱਡਦਾ ਹੈ। ਕਹਿੰਦੇ ਆ ਨਾ ਸਾਰਿਆਂ ਦੀ ਪ੍ਰੋਬਲਮ ਹੈ। ਜੇ ਪੁੱਛੀਏ ਵੀ ਕੀ ਯਾਦ ਆਉਂਦਾ ਹੈ, ਬੱਚਿਆਂ ਵੱਲ ਧਿਆਨ ਚਲਾ ਜਾਂਦਾ ਹੈ, ਧਿਆਨ ਆ ਜਾਂਦਾ ਕਿ ਰੋਟੀ ਖਾਣੀ ਹੈ, ਪਤੀ ਦੇਵ ਨੇ ਆਉਣਾ ਹੈ, ਪਤੀ ਨੂੰ ਧਿਆਨ ਆ ਜਾਂਦਾ ਕਿ ਫੀਸ ਤਾਰਨੀ, ਯਾਨੀ ਐਵੇਂ ਧਿਆਨ ਜਾਂਦਾ। ਤੇ ਜਦੋਂ ਅਸੀਂ ਪਿਕਚਰ ਵੇਖਣ ਜਾਂਦੇ ਹਾਂ, ਵੈਸੇ ਮੈਂ ਤੇ ਕਦੀ ਨਹੀਂ ਗਿਆ, ਵਿਆਹ ਤੋਂ ਪਹਿਲਾਂ ਕੋਈ 1-2 ਫਿਲਮਾਂ ਦੇਖੀਆਂ ਨੇ, ਉਸ ਤੋਂ ਬਾਅਦ ਮੈਂ ਪਿਕਚਰ ਹਾਲ ਵਿੱਚ ਕਦੇ ਗਿਆ ਨਹੀਂ। ਲੇਕਿਨ ਜਦੋਂ ਪਿਕਚਰ ਹਾਲ ਵਿੱਚ ਜਾਂਦੇ ਹੋ, 3 ਘੰਟੇ ਬੰਦਾ ਬਹਿੰਦਾ ਨਾ, 3 ਘੰਟੇ ਇੱਕ ਵਾਰੀ ਵੀ ਨਾ ਤੇ ਬੱਚਿਆਂ ਦਾ ਖਿਆਲ ਆਉਂਦਾ ਹੈ, ਨਾ ਪਤੀ ਦਾ ਟਿਫਨ ਯਾਦ ਆਉਂਦਾ ਹੈ,
ਨਾ ਪਤੀ ਨੂੰ ਪਤਨੀ ਦੀ ਯਾਦ ਆਉਂਦੀ, ਨਾ ਫੀਸਾਂ ਯਾਦ ਆਉਂਦੀਆਂ। 3 ਘੰਟੇ ਬੰਦਾ ਆਰਾਮ ਨਾਲ ਬੈਠਾ ਰਹਿੰਦਾ, ਉੱਥੇ ਧਿਆਨ ਨਹੀਂ ਉੱਡਦਾ। ਹੁਣ ਇਹਦਾ ਰੀਜ਼ਨ ਕੀ ਹੈ? ਉੱਥੇ ਧਿਆਨ ਲੱਗਾ ਰਹਿੰਦਾ 3 ਘੰਟੇ, ਬੜੇ ਆਰਾਮ ਦੇ ਨਾਲ ਲੋਕ ਬੈਠੇ ਰਹਿੰਦੇ ਨੇ, ਤੇ ਸੱਚ ਦੇ ਨਾਲ ਜੁੜਨ ਲੱਗਿਆ, ਬਾਣੀ ਪੜਨ ਲੱਗਿਆ 3 ਮਿੰਟ ਵੀ ਧਿਆਨ ਨਹੀਂ ਲੱਗਦਾ। ਇਹਦਾ ਰੀਜ਼ਨ ਕੀ ਹੈ? ਇਹਦਾ ਰੀਜ਼ਨ ਕੋਈ ਬਹੁਤਾ ਔਖਾ ਨਹੀਂ, ਬਿਲਕੁਲ ਸੌਖਾ ਹੈ। ਕਿਉਂਕਿ ਪਿਕਚਰ ਹਾਲ ਦੇ ਅੰਦਰ ਜੋ ਬਾਹਰ ਫਿਲਮ ਆਇਆ ਜਾ ਰਿਹਾ ਨਾ ਪਰਦੇ ਤੇ, ਉਹ ਸਾਡੇ ਅੰਦਰ ਵੀ ਚੱਲ ਰਿਹਾ ਹੈ। ਅੰਦਰ ਦਾ ਤੇ ਬਾਹਰ ਦਾ ਤਾਲਮੇਲ ਬਹਿ ਜਾਂਦਾ ਹੈ। ਭਾਵੇਂ ਉਹ ਇੱਕ ਫਿਲਮ ਹੋਰ ਲਾ ਦੇਣ, 3 ਘੰਟੇ ਹੋਰ ਵੀ ਲੰਘ ਜਾਣਗੇ, ਪਰ ਬਾਣੀ ਦੇ ਅੰਦਰ ਜੋ ਕਿਹਾ ਜਾ ਰਿਹਾ ਹੈ, ਅੰਦਰ ਸਾਡੇ ਕੁਛ ਹੋਰ ਹੈ, ਅੰਦਰ ਦਾ ਬਾਹਰ ਦਾ ਤਾਲਮੇਲ ਨਹੀਂ ਬਹਿੰਦਾ, ਇਸ ਕਰਕੇ ਧਿਆਨ ਨਹੀਂ ਲੱਗਦਾ। ਤੇ ਜਿਨ੍ਹਾਂ ਦਾ ਅੰਦਰ ਦਾ ਔਰ ਬਾਹਰ ਦਾ ਤਾਲਮੇਲ ਬਹਿ ਜਾਏ ਨਾ, ਉਹ ਫਿਰ ਆਰੇ ਦੇ ਨਾਲ ਚਿਰ ਜਾਂਦੇ ਨੇ, ਪਰ ਸੱਚ ਨੂੰ ਛੱਡਦੇ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ, ਕਰਮ ਖੰਡ ਵਾਲੀ ਜਦੋਂ ਜਗ੍ਹਾ ਤੇ ਬੰਦਾ ਪਹੁੰਚਦਾ ਨਾ, ਮਿਹਨਤ ਕਰਦਾ ਹੋਇਆ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉਹਨਾਂ ਦਾ ਮਨ ਉੱਥੇ ਮਹਿਮਾ ਦੇ ਅੰਦਰ ਸੀਤਾ ਹੁੰਦਾ ਹੈ, ਯਾਨੀ ਉਹਨਾਂ ਵਿੱਚ ਨੈਗੇਟਿਵ ਕੋਈ ਵਿਚਾਰ ਨਹੀਂ ਹੁੰਦਾ, ਪੋਜ਼ਿਟਿਵ ਵਿਚਾਰ, ਸਕਾਰਾਤਮਕ ਸੋਚ ਹੁੰਦੀ ਹੈ। ਗੁਣਾਂ ਦੀ ਗੱਲ ਹੁੰਦੀ, ਉੱਥੇ ਔਗਣ ਹੈ ਹੀ ਨਹੀਂ, ਕਿਉਂਕਿ ਉਹਨਾਂ ਦੀ ਮੈਂਟੈਲਿਟੀ ਗੁਣਾਂ ਦੇ ਨਾਲ ਸੀਪ ਗਈ ਹੈ, ਸੱਚ ਦੇ ਨਾਲ ਸੀਪ ਗਈ ਹੈ। ਝੂਠ ਹੈ ਹੀ ਨਹੀਂ, ਨੈਗੇਟਿਵ ਹੈ ਹੀ ਨਹੀਂ। ਉਹ ਇਹ ਕਹਿੰਦੇ ਨਹੀਂ ਕਿ ਸਾਡੇ ਤੋਂ ਨਹੀਂ ਹੋਣਾ, ਉਹਨਾਂ ਦੀ ਜ਼ਬਾਨ ਚੋਂ ਹੀ ਨਹੀਂ ਨਿਕਲਦਾ ਜੀ ਕੰਮ ਬੜਾ ਔਖਾ ਹੈ, ਕਿਉਂਕਿ ਉਹਨਾਂ ਦੇ ਅੰਦਰ ਤਾਂ ਸੱਚ ਦੇ ਨਾਲ ਸੀਪ ਗਏ ਨੇ ਉਹ। ਇਸ ਲਈ ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਪੱਕੇ ਤੌਰ ਤੇ ਬਿਠਾ ਲੈਣਾ ਹੈ। ਵਿਸ਼ਵਾਸ ਅੰਦਰ ਵੀ ਇਹੀ ਹੋਏ ਤੇ ਬਾਹਰ ਵੀ ਇਹੀ ਹੋਵੇ। ਅਗਲਾ ਬਚਨ ਕਰਦੇ ਨੇ, ਤਾਕੇ ਰੂਪ ਨਾ ਕਥਨੇ ਜਾਹੇ। ਫਿਰ ਜਿਹੜੇ ਐਸੇ ਲੋਕ ਨੇ ਨਾ, ਉਹਨਾਂ ਦੇ ਰੂਪ ਫਿਰ ਬਿਆਨ ਨਹੀਂ ਕੀਤੇ ਜਾ ਸਕਦੇ ਕਿੰਨੇ ਕੁ ਸੋਹਣੇ ਨੇ। ਉਹਨਾਂ ਦੇ ਨੈਣ ਨਕਸ਼ ਬੇਸ਼ੱਕ ਬੇਟਬੇ ਹੋਣ, ਲੇਕਿਨ ਉਹਨਾਂ ਦੀ ਮਾਨਸਿਕ ਸੁੰਦਰਤਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤੇ ਇਸ ਦੁਨੀਆ ਦੇ ਅੰਦਰ ਬੜੇ ਸੋਹਣੇ ਸੁਨੱਖੇ ਇਸਤਰੀਆਂ ਪੁਰਸ਼ ਆਪ ਨੂੰ ਮਿਲ ਜਾਣਗੇ, ਬਹੁਤ ਚੰਗਾ ਮੇਕਅਪ ਉਹਨਾਂ ਨੇ ਕੀਤਾ ਹੋਏਗਾ, ਬਾਜ਼ਾਰਾਂ ਦੇ ਅੰਦਰ ਤੁਹਾਨੂੰ ਇੰਜ ਲੱਗਦੇ ਨੇ ਮੇਕਅਪ ਕਰਕੇ ਬੰਦੇ ਬੀਬੀਆਂ ਤੁਰੇ ਜਿਵੇਂ ਕ੍ਰਿਸਮਸ ਟਰੀ ਤੁਰਿਆ ਜਾ ਰਿਹਾ ਹੋਵੇ, ਇੰਨਾ ਮੇਕਅਪ। ਲੇਕਿਨ ਸੋਚ ਮਾੜੀ, ਤੇ ਉਸ ਮੇਕਅਪ ਦਾ, ਉਹਨਾਂ ਚੰਗੀਆਂ ਕੱਪੜਿਆਂ ਦਾ, ਪੈਂਟਾਂ ਸ਼ਰਟਾਂ ਦਾ ਕੀ ਕਰੋਗੇ? ਹੇਅਰ ਸਟਾਈਲ ਦਾ ਕੀ ਕਰੋਗੇ? ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਸੱਚ ਦੇ ਨਾਲ ਚੰਗੀ ਤਰ੍ਹਾਂ ਸੀਪ ਜਾਂਦੇ ਨੇ ਅੰਦਰੋਂ ਬਾਹਰੋਂ, ਉਹਨਾਂ ਦਾ ਇੰਨਾ ਸੁੰਦਰ ਸਰੂਪ ਹੁੰਦਾ ਹੈ ਕਿ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਕੱਪੜੇ ਸਾਦੇ ਹੋਣਗੇ, ਪਰ ਕਿਵੇਂ ਭਗਤ ਪੂਰਨ ਸਿੰਘ ਦੀ ਸੁੰਦਰਤਾ ਨੂੰ ਕਿਵੇਂ ਬਿਆਨ ਕਰੋਗੇ? ਭਾਈ ਕਨ੍ਹਈਆ ਜੀ ਦੀ ਸੁੰਦਰਤਾ ਨੂੰ ਕਿਵੇਂ ਬਿਆਨ ਕਰੋਗੇ? ਅਗਲਾ ਵਚਨ ਕਰਦੇ ਨੇ, ਨਾ ਉਹ ਮਰਹੇ ਨਾ ਠਾਗੇ ਜਾਹੇ। ਇਹਨੂੰ ਉਹੇ ਨਹੀਂ ਪੜਨਾ, ਇਹ ਉਹ ਸ਼ਬਦ ਹੈ, ਉਹ ਦਾ ਮਤਲਬ ਬਹੁਵਚਨੀ। ਮਰਹਿ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ ਮਰਹਿ, ਕਿਉਂਕਿ ਜਦੋਂ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਸਿਹਾਰੀ ਲੱਗੀ ਹੁੰਦੀ ਹੈ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ। ਮਰਹਿ ਮਰਦੇ ਨੇ, ਨਾ ਉਹ ਮਰਹਿ ਨਾ ਠਾਗੇ ਜਾਹੇ। ਐਸੇ ਇਨਸਾਨ ਜਿਹੜੇ ਅੰਦਰੋਂ ਬਾਹਰੋਂ ਸੱਚ ਦੇ ਨਾਲ ਸੀਪ ਗਏ ਹੁੰਦੇ ਨੇ, ਉਹ ਕਦੇ ਮਰਦੇ ਨਹੀਂ, ਨਾ ਉਹ ਠੱਗੇ ਜਾਂਦੇ ਨੇ। ਹੁਣ ਇੱਥੇ ਨਾ ਮਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਸਰੀਰ ਨਹੀਂ ਮਰਦਾ। ਦੇਖੋ, ਸਰੀਰ ਕਰਕੇ ਸਭ ਨੇ ਮਰਨਾ ਹੈ, ਅੰਮ੍ਰਿਤਧਾਰੀਆਂ ਨੇ ਵੀ, ਗੈਰ ਅੰਮ੍ਰਿਤਧਾਰੀਆਂ ਨੇ ਵੀ, ਪਾਪੀਆਂ ਨੇ ਵੀ, ਪੁੰਨੀਆਂ ਨੇ ਵੀ, ਧਰਮੀਆਂ ਨੇ ਵੀ, ਅਧਰਮੀਆਂ ਨੇ, ਸੱਚਿਆਂ ਨੇ, ਝੂਠਿਆਂ ਨੇ, ਸਰੀਰ ਕਰਕੇ ਸਭ ਨੇ ਮਰ ਜਾਣਾ। ਇੱਥੇ ਮਰਨ ਦਾ ਮਤਲਬ ਹੈ ਆਤਮਿਕ ਮੌਤੇ ਨਹੀਂ ਮਰਦੇ ਉਹ ਬੰਦੇ, ਉਹਨਾਂ ਦੀ ਜ਼ਮੀਰ ਨਹੀਂ ਮਰਦੀ, ਉਹਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ। ਦੇਖੋ, ਜਦੋਂ ਬੰਦਾ ਕਿਸੇ ਦੀ ਧੀ ਭੈਣ ਨੂੰ ਮਾੜੀ ਨਜ਼ਰ ਦੇ ਨਾਲ ਤੱਕਦਾ ਹੈ ਨਾ, ਉਦੋਂ ਇਨਸਾਨ ਅੰਦਰੋਂ ਮਰ ਗਿਆ ਹੁੰਦਾ ਹੈ, ਜ਼ਮੀਰ ਉਹਦੀ ਮਰ ਗਈ ਹੁੰਦੀ ਹੈ। ਜ਼ਮੀਰ ਮਰੇਗੀ ਤਾਂ ਕਿਸੇ ਧੀ ਭੈਣ ਨੂੰ ਮਾੜਾ ਤੱਕੇਗਾ ਨਾ। ਚੋਰੀ ਉਹ ਬੰਦਾ ਕਰੇਗਾ ਜਿਹਦੀ ਅੰਦਰੋਂ ਜ਼ਮੀਰ ਮਰ ਜਾਏਗੀ। ਈਰਖਾ ਉਹ ਇਨਸਾਨ ਕਰੇਗਾ ਜਿਸ ਦੇ ਅੰਦਰੋਂ ਜ਼ਮੀਰ ਮਰ ਜਾਏਗੀ। ਕਿਸੇ ਦੀ ਪ੍ਰਾਪਰਟੀ ਨੂੰ ਉਹ ਹੜੱਪੇਗਾ ਜਿਹਦੀ ਜ਼ਮੀਰ ਮਰ ਜਾਏਗੀ, ਜਿਹਦੇ ਅੰਦਰੋਂ ਇਨਸਾਨੀਅਤ ਮਰ ਜਾਏਗੀ, ਆਤਮਿਕ ਮੌਤ ਹੋ ਜਾਏਗੀ। ਤੇ ਜਿਹੜੇ ਸਚਿਆਰ ਨੇ ਉਹ ਕਦੇ ਮਰਦੇ ਨਹੀਂ, ਆਤਮਿਕ ਮੌਤ ਨਹੀਂ ਮਰਦੇ, ਉਹਨਾਂ ਦੇ ਅੰਦਰੋਂ ਇਨਸਾਨੀਅਤ ਕਦੇ ਨਹੀਂ ਮਰਦੀ।
ਨਾ ਠਾਗੇ ਜਾਹੇ। ਉਹ ਠੱਗੇ ਵੀ ਨਹੀਂ ਜਾਂਦੇ। ਇਹਦਾ ਮਤਲਬ ਇਹ ਨਹੀਂ ਕਿ ਬੜੇ ਉਹ ਚਲਾਕ ਹੋ ਜਾਂਦੇ ਨੇ, ਲੋਕਾਂ ਤੋਂ ਨਹੀਂ ਠੱਗੇ ਜਾਂਦੇ। ਸਗੋਂ ਇਹੋ ਜਿਹੇ ਭੋਲੇ ਬੰਦਿਆਂ ਨੂੰ ਲੋਕ ਤਾਂ ਇਮੋਸ਼ਨਲ ਬਲੈਕਮੇਲ ਕਈ ਵਾਰ ਕਰ ਲੈਂਦੇ ਨੇ। ਉਹ ਕਿਸੇ ਵਿਕਾਰ ਤੋਂ ਨਹੀਂ ਠੱਗੇ ਜਾਂਦੇ। ਉਹਨਾਂ ਦੇ ਆਤਮਿਕ ਜੀਵਨ ਨੂੰ ਕੋਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਇਹ ਉਹਨਾਂ ਨੂੰ ਠੱਗ ਨਹੀਂ ਸਕਦੇ ਕਿ ਉਹਨਾਂ ਦੇ ਗੁਣਾਂ ਨੂੰ ਚੋਰੀ ਕਰਕੇ ਲੈ ਜਾਣ। ਕੋਈ ਉਹਨਾਂ ਦੇ ਆਤਮਿਕ ਜੀਵਨ ਨੂੰ ਨਹੀਂ ਠੱਗ ਸਕਦਾ। ਕੋਈ 2-4 ਹਜ਼ਾਰ ਡਾਲਰ ਦੀ, 2-4 ਹਜ਼ਾਰ ਪਾਉਂਡ ਦੀ ਹੋ ਸਕਦਾ ਕੋਈ ਠੱਗੀ ਲਾ ਲਵੇ, ਪਰ ਉਹਨਾਂ ਦੇ ਆਤਮਿਕ ਜੀਵਨ ਨੂੰ ਨਹੀਂ ਕੋਈ ਠੱਗ ਸਕਦਾ। ਉਹਨਾਂ ਨੂੰ ਆਤਮਿਕ ਜੀਵਨ ਤੋਂ, ਸੱਚ ਤੋਂ ਕੋਈ ਦੂਰ ਨਹੀਂ ਲਿਜਾ ਸਕਦਾ। ਬੇਸ਼ੱਕ ਠੱਗਣ ਦਾ ਯਤਨ ਕੀਤਾ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਨਾ ਕਿ ਤੁਹਾਨੂੰ ਰਾਜ ਭਾਗ ਦੇ ਦਿਆਂਗੇ, ਤੇ ਕੀ ਉਹ ਠੱਗੇ ਗਏ? ਉਸ ਠੱਗੀ ਵਿੱਚ ਆਏ? ਸਵਾਲ ਹੀ ਪੈਦਾ ਨਹੀਂ ਹੁੰਦਾ। ਯਤਨ ਕੀਤਾ ਨਾ ਕਿ ਨਹੀਂ ਤਾਂ ਤੁਹਾਨੂੰ ਨੀਹਾਂ ਵਿੱਚ ਚਿਣ ਦਿਆਂਗੇ, ਡਰਾਉਣ ਦਾ, ਲੇਕਿਨ ਕੀ ਉਹ ਡਰੇ? ਉਹ ਆਪਣਾ ਆਪਾ ਵਾਰ ਗਏ, ਲੇਕਿਨ ਉਹਨਾਂ ਨੂੰ ਕੋਈ ਰਾਜ ਭਾਗ ਜਾਂ ਕੋਈ ਐਸੀਆਂ ਠੱਗੀਆਂ ਦੇ ਨਾਲ ਠੱਗ ਨਹੀਂ ਸਕਿਆ। ਗੁਰੂ ਜੀ ਕਹਿੰਦੇ ਨੇ ਨਾ ਉਹ ਆਤਮਿਕ ਮੌਤੇ ਮਰਦੇ ਨੇ ਤੇ ਨਾ ਉਹ ਕਿਸੇ ਵਿਕਾਰ ਪਾਸੋਂ ਠੱਗੇ ਜਾਂਦੇ ਨੇ। ਕੌਣ? ਜਿਨ ਕੇ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਮਨ ਦੇ ਅੰਦਰ ਰਾਮ ਵਸਦਾ ਹੈ। ਰਾਮ ਦਾ ਮਤਲਬ ਰੱਬ, ਰਮਿਆ ਹੋਇਆ, ਰੱਬ ਦੇ ਗੁਣ। ਜਿਨ੍ਹਾਂ ਦੇ ਅੰਦਰ ਰੱਬ ਵਸਦਾ ਹੈ, ਮਨ ਦੇ ਅੰਦਰ, ਮੈਂਟੈਲਿਟੀ ਵਿੱਚ, ਸੋਚ ਦੇ ਅੰਦਰ, ਉਹ ਨਾ ਆਤਮਿਕ ਮੌਤੇ ਮਾਰਦੇ ਨੇ ਤੇ ਨਾ ਉਹ ਠੱਗੇ ਜਾਂਦੇ। ਤੇ ਜਿਹੜੇ ਆਤਮਿਕ ਮੌਤੇ ਮਰ ਜਾਂਦੇ ਨੇ, ਠੱਗੇ ਜਾਂਦੇ ਨੇ, ਉਹਨਾਂ ਦੇ ਮਨ ਵਿੱਚ ਰੱਬ ਵਸ ਹੀ ਨਹੀਂ ਸੀ ਰਿਹਾ। ਡਰਾਮਾ ਕਰ ਰਹੇ ਸੀ ਉਹ। ਉਹਨਾਂ ਨੇ ਧਾਰਮਿਕ ਲਿਬਾਸ ਪਾਇਆ ਹੋਇਆ ਸੀ, ਧਾਰਮਿਕ ਲਿਬਾਸ ਪਾਇਆ ਸੀ, ਜ਼ਬਾਨ ਦੇ ਨਾਲ ਧਰਮ ਦੀਆਂ ਗੱਲਾਂ ਕਰ ਰਹੇ ਸਨ, ਲੇਕਿਨ ਮੈਂਟੈਲਿਟੀ ਦੇ ਅੰਦਰ ਸੱਚ ਨਹੀਂ ਸੀ। ਇਸ ਕਰਕੇ ਉਹ ਲੋਕ ਮਰ ਜਾਂਦੇ ਨੇ, ਆਤਮਿਕ ਮੌਤੇ, ਠੱਗੇ ਜਾਂਦੇ ਨੇ, ਜੀਵਨ ਦੇ ਅਸਲ ਸਫ਼ਰ ਤੋਂ ਦੂਰ ਚਲੇ ਜਾਂਦੇ ਨੇ, ਸਚਿਆਰਤਾ ਦੇ ਰਾਸਤੇ ਨੂੰ ਤਿਆਗ ਜਾਂਦੇ ਨੇ, ਕਿਉਂਕਿ ਮਨ ਵਿੱਚ ਹੈ ਹੀ ਨਹੀਂ ਸੀ, ਅੰਦਰ ਤੇ ਕੁਝ ਹੋਰ ਸੀ। ਜਿਵੇਂ ਬਗਲਾ ਬੈਠਾ ਹੁੰਦਾ ਨਾ ਪਾਣੀ ਵਿੱਚ, ਇੱਕ ਲੱਤ ਤੇ ਖੜਾ ਹੈ, ਅੱਖਾਂ ਵੀ ਇਹਦੀਆਂ ਬੰਦ ਨੇ, ਖੰਭ ਵੀ ਚਿੱਟੇ ਨੇ, ਬੈਠਾ ਵੀ ਤੀਰਥ ਵਿੱਚ ਹੈ, ਇੱਕ ਪੈਰ ਵੀ ਚੁੱਕਿਆ ਹੋਇਆ ਹੈ। ਇਹ ਨਾ ਸਮਝ ਲੈਣਾ ਕਿ ਉਹ ਭਗਤ ਹੈ, ਕਿ ਸਮਾਧੀ ਲਾਈਏ। ਬਗਲੇ ਵਰਗਾ ਧਿਆਨ ਕੋਈ ਨਹੀਂ ਲਾ ਸਕਦਾ, ਪਰ ਉਹਦੇ ਮਨ ਵਿੱਚ ਰੱਬ ਨਹੀਂ ਹੈ, ਮਨ ਵਿੱਚ ਸੱਚ ਨਹੀਂ ਹੈ। ਮਨ ਦੇ ਅੰਦਰ ਹੈ ਕਿ ਕੋਈ ਡੱਡੀ ਮੱਛੀ ਆਵੇ, ਜਦੋਂ ਕੋਈ ਡੱਡੀ ਮੱਛੀ ਪਕੜ ਵਿੱਚ ਆਉਂਦੀ ਹੈ, ਐਸਾ ਝਪੱਟਾ ਮਾਰਦਾ ਹੈ, ਬਚ ਕੇ ਨਿਕਲ ਜਾਏ। 99.99% ਜਿੰਨੇ ਆ ਸਾਡੇ ਧਾਰਮਿਕ ਬਾਬੇ ਨੇ, ਬਹੁਤੇ ਬਹੁਤਾਤ ਗਿਣਤੀ ਬਗਲਾ ਭਗਤ ਹੀ ਨੇ। ਕਿਤੇ ਪਕੜ ਦੇ ਵਿੱਚ ਜਾਓ ਸਹੀ, ਬਗਲੇ ਤੋਂ ਤੇ ਮੱਛੀ ਬਚ ਜਾਏ, ਲੇਕਿਨ ਇਹਨਾਂ ਧਾਰਮਿਕ ਲੋਕਾਂ ਤੋਂ ਜਿਹੜੇ ਬਨਾਵਟੀ ਨੇ, ਉਹਨਾਂ ਦੀ ਗੱਲ ਕਰ ਰਿਹਾ, ਉਹਨਾਂ ਤੋਂ ਕਿਵੇਂ ਬਚ ਜਾਓਗੇ? ਕਿੰਨਾ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ, ਕਿੰਨਾ ਧਰਮ ਤੋਂ ਉਲਟ, ਗੁਰਬਾਣੀ ਤੋਂ ਉਲਟ ਕਿਤਨੇ ਕਰਮ ਕੀਤੇ ਜਾ ਰਹੇ ਨੇ। ਇਹ ਤੁਸੀਂ ਜਪਜੀ ਸਾਹਿਬ ਜੀ ਦੇ ਰਾਹੀਂ ਵੇਖ ਹੀ ਲਿਆ ਹੈ। ਜਦੋਂ ਆਪ ਅੱਗੇ ਜਪਜੀ ਸਾਹਿਬ ਦੀਆਂ ਪੌੜੀਆਂ ਵਿਚਾਰੋਗੇ, ਅੱਗੇ ਰਹਿਰਾਸ ਹੈ, ਸੋਹਿਲਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੋਰ ਹੈ, ਜਾਂ ਆਸਾ ਕੀ ਵਾਰ, ਕਿੰਨਾ ਕੁਛ ਅਸੀਂ ਵਿਚਾਰਿਆ ਨਾ, ਕਿੰਨਾ ਕੁਛ ਖੁਦ ਅਸੀਂ ਕਰ ਰਹੇ ਹਾਂ ਨਾ, ਤੇ ਅਸੀਂ ਠੱਗੇ ਹੀ ਪਏ ਹਾਂ। ਜੇ ਅੰਦਰ ਸੱਚ ਵਸਦਾ ਹੁੰਦਾ, ਜੇ ਅੰਦਰ ਗੁਰੂ ਦੀ ਸੋਚ ਵਸਦੀ ਹੁੰਦੀ, ਤਾਂ ਇਮਾਨਦਾਰੀ ਦੇ ਨਾਲ ਜਵਾਬ ਆਪਣੇ ਆਪ ਨੂੰ ਦਿਓ, ਮੈਂ ਵੀ ਤੇ ਤੁਸੀਂ ਵੀ, ਕਿ ਸਾਡੀ ਜ਼ਿੰਦਗੀ ਐਸੀ ਹੁੰਦੀ, ਕਿ ਸਾਡੀ ਬੋਲਬਾਣੀ ਐਵੇਂ ਦੀ ਹੁੰਦੀ, ਕਿ ਸਾਡਾ ਜੀਵਨ, ਸਾਡੇ ਪਰਿਵਾਰ ਐਵੇਂ ਹੁੰਦੇ? ਨਾ, ਬਿਲਕੁਲ ਨਾ। ਹੋਰ ਕੁਝ ਹੋਣਾ ਸੀ, ਅਸੀਂ ਰੱਬ ਵਰਗੇ ਹੋਣਾ ਸੀ। ਇਸ ਲਈ ਸੋਚ ਦੇ ਅੰਦਰ ਵਸਾਣਾ ਹੈ, ਖੋਪਰੀ ਵਿੱਚ, ਮੈਂਟੈਲਿਟੀ ਵਿੱਚ, ਮਾਨਸਿਕਤਾ ਦੇ ਅੰਦਰ। ਗੁਰੂ ਜੀ ਕਹਿੰਦੇ ਨੇ ਜਿਨ ਕੈ ਰਾਮ ਵਸੈ ਮਨ ਮਾਹੇ, ਉਹ ਨਾ ਮਰਦੇ ਨੇ ਆਤਮਿਕ ਮੌਤੇ ਤੇ ਨਾ ਹੀ ਉਹ ਠੱਗੇ ਜਾਂਦੇ। ਹੁਣ ਜਿਹੜੀ ਐਸੀ ਅਵਸਥਾ ਹੈ, ਇੱਥੇ ਕੋਈ ਕੱਲਾ ਨਹੀਂ, ਰੱਬ ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਹੈ ਕਿ ਰੱਬ ਕੱਲਾ ਮੇਰੇ ਦਾ ਹੀ ਹੋਏ, ਕਿ ਮੈਂ ਕਥਾ ਕਰਦਾ ਤੇ ਰੱਬ ਮੇਰਾ ਹੀ ਹੈ। ਨਾ, ਰੱਬ ਕਿਸੇ ਹਿੰਦੂ ਦਾ ਹੀ ਹੈ, ਜਾਂ ਸਿੱਖ ਦਾ ਹੀ ਹੈ, ਜਾਂ ਮੁਸਲਮਾਨ ਦਾ ਹੀ ਹੈ। ਨਾ, ਕਿਸੇ ਦੀ ਪਿਓ ਦੀ ਪ੍ਰੋਪਰਟੀ ਨਹੀਂ ਹੈ ਰੱਬ।
आपन बापै नाही किसी को। बापै ਦਾ ਮਤਲਬ ਬਾਪ। ਰੱਬ ਕਿਸੇ ਦੇ ਪਿਓ ਦਾ ਨਹੀਂ। ਭਾਵਨ ਕੋ ਹਰ ਰਾਜਾ, ਰੱਬ ਤੇ ਉਹਦਾ ਹੈ ਜਿਹੜਾ ਰੱਬ ਨਾਲ ਪਿਆਰ ਕਰਦਾ ਹੈ, ਜਿਹੜਾ ਉਹਦੀ ਰਜ਼ਾ ਦੇ ਅੰਦਰ ਤੁਰਦਾ ਹੈ, ਯਾਨੀ ਸਾਰਿਆਂ ਦਾ ਉੱਤੇ। ਤਾਂ ਗੁਰੂ ਜੀ ਕਹਿੰਦੇ ਨੇ ਤਿੱਥੈ ਭਗਤ ਵਸੈ ਕੇ ਲੋਕ। ਕਈ ਲੋਕਾਂ ਦੇ ਭਗਤ ਵਸਦੇ ਨੇ, ਜਿਵੇਂ 14 ਲੋਕ ਮੰਨੇ ਨੇ ਨਾ, ਕਿਤੇ 14 ਤਬਕ ਮੰਨੇ ਨੇ, ਕਿਤੇ 3 ਲੋਕ ਮੰਨੇ ਨੇ, ਯਾਨੀ ਪੂਰੀ ਜਗਤ ਦੇ ਕਿਸੇ ਵੀ ਇਲਾਕੇ ਦਾ, ਕਿਸੇ ਵੀ ਦੇਸ਼ ਮਜ਼ਹਬ ਵਿੱਚ ਪੈਦਾ ਹੋਇਆ, ਕਿਸੇ ਵੀ ਰੰਗ ਨਸਲ ਦਾ, ਜਿਹਦੇ ਵੀ ਮਨ ਦੇ ਅੰਦਰ ਰੱਬ ਵਸ ਗਿਆ, ਉਹ ਇਸ ਅਵਸਥਾ ਦੇ ਅੰਦਰ ਜੀਵੇਗਾ। ਉਹਦੀ ਨਿਸ਼ਾਨੀ ਇਹ ਹੋਈ, ਉਹਦੀ ਨਿਸ਼ਾਨੀ ਇਹ ਹੋਏਗੀ। ਕਿਹੜੀ? ਕਿ ਉਹਦਾ ਮਨ ਸੀਤਾ ਹੋਏਗਾ, ਉਹ ਮਹਾਬਲੀ ਸੂਰਮਾ ਹੋਏਗਾ, ਉਹਨੂੰ ਰੱਬ ਤੋਂ ਇਲਾਵਾ ਹੋਰ ਕੋਈ ਦਿਸਦਾ ਨਹੀਂ ਹੋਏਗਾ, ਔਰ ਉਸਦੀ ਮਾਨਸਿਕਤਾ ਦੇ ਅੰਦਰ ਰੱਬੀ ਗੁਣ ਹੋਣਗੇ। ਉਹ ਕੇਵਲ ਗੁਣਾਂ ਬਾਰੇ ਬੋਲੇਗਾ, ਗੁਣਾਂ ਬਾਰੇ ਸੋਚੇਗਾ, ਗੁਣਾਂ ਵਾਲੀ ਉਹਦਾ ਵਿਹਾਰ ਹੋਏਗਾ। ਉਹ ਕਦੇ ਆਤਮਕ ਮੌਤ ਤੇ ਨਹੀਂ ਮਰੇਗਾ, ਔਰ ਉਸ ਬੰਦੇ ਨੂੰ ਕੋਈ ਵਿਕਾਰ ਠੱਗ ਨਹੀਂ ਪਾਏਗਾ। ਇਹ ਉਹਦੀ ਪੋਜੀਸ਼ਨ ਹੋਏਗੀ। ਔਰ ਉਹ ਕਿਸੇ ਵੀ ਦੇਸ਼ ਦਾ ਹੈ, ਕਿਸੇ ਵੀ ਥਾਂ ਦਾ ਰਹਿਣ ਵਾਲਾ ਹੈ, ਉਹਦੀ ਸੋਚ ਐਸੀ ਹੋਏਗੀ। ਇਹ ਕਿਸੇ ਇੱਕ ਦੇ ਨਾਲ ਰਿਲੇਟਡ ਨਹੀਂ ਕਿ ਇੱਕ ਬੰਦਾ ਹੀ ਹੋ ਸਕਦਾ, ਕੋਈ ਵੀ ਹੋ ਸਕਦਾ ਜਿਹੜਾ ਵੀ ਇਸ ਚੀਜ਼ ਨੂੰ ਅਪਣਾਏਗਾ। ਜਿਨਕੇ ਦਾ ਮਤਲਬ ਜਿਨ੍ਹਾਂ ਦੇ ਵੀ ਮਨ ਵਿੱਚ, ਮੈਂਟੈਲਿਟੀ ਵਿੱਚ ਰੱਬੀ ਗੁਣ ਵਸਣਗੇ, ਨਾ ਉਹ ਮਰੇਗਾ, ਨਾ ਉਹ ਠੱਗਿਆ ਜਾਏਗਾ। ਕਰਹਿ ਆਨੰਦ ਸੱਚਾ ਮਨ ਸੋਏ। ਕਰਹਿ ਦਾ ਮਤਲਬ ਕਰਦੇ ਨੇ, ਮਾਣਦੇ ਨੇ। ਉਹ ਫਿਰ ਐਸੇ ਜਿਹੜੇ ਮਨੁੱਖ ਮਾਤਰ ਨੇ, ਇਸਤਰੀਆਂ ਪੁਰਸ਼ ਨੇ, ਉਹਨਾਂ ਨੂੰ ਮਿਲਦਾ ਕੀ ਹੈ? ਕਰਹਿ ਆਨੰਦ। ਉਹ ਆਨੰਦ ਮਾਣਦੇ ਨੇ, ਖੁਸ਼ੀਆਂ ਮਾਣਦੇ ਨੇ। ਤੇ ਆਨੰਦ ਕੀ ਹੈ? ਦੇਖੋ, ਅਸੀਂ ਤੇ ਸਬਜ਼ੀ ਚੰਗੀ ਬਣੀ ਹੋਏ ਨਾ, ਅਸੀਂ ਕਹਿੰਦੇ ਆ ਵੀ ਆਨੰਦ ਆ ਗਿਆ ਅੱਜ ਤੇ ਜੇ ਬਾਈ ਦੀ ਵੇ ਸਬਜ਼ੀ 'ਚ ਥੋੜਾ ਜਿਹਾ ਮਿਰਚਾਂ ਜ਼ਿਆਦੀਆਂ ਹੋ ਜਾਣ ਤੇ ਸਾਡਾ ਆਨੰਦ ਨਾਲ ਹੀ ਖਤਮ ਹੋ ਜਾਂਦਾ, ਤੇ ਅਸੀਂ ਥਾਲੀ ਉਹ ਮਾਰਨੇ ਆ ਪਾ ਕੇ, ਤੇ ਘਰ ਵਾਲੀ ਨੂੰ ਕਹਿੰਦਾ ਕਿ ਸਬਜ਼ੀ ਬਣਾਈਏ, ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਦਿੱਤੀ। ਨਾਲ ਅਗਲੇ ਪਿਛਲੇ ਅਸੀਂ ਪੁੰਨਦੇ ਨੇ ਆ ਨਾ। ਆਨੰਦ ਸਾਡਾ ਤੇ ਸਾਡੇ ਤੇ ਆਨੰਦ ਹੀ ਇੱਥੇ ਖਲੋਤੇ ਨੇ। ਆਨੰਦ ਹੈ ਕੀ? ਆਨੰਦ ਉਸ ਮਾਨਸਿਕ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਮਨੁੱਖੀ ਮਨ ਦੇ ਅੰਦਰ ਗਿਆਨ ਦਾ ਦੀਵਾ ਲਟ-ਲਟ ਕਰਕੇ ਬਲਦਾ, ਜਿੱਥੇ ਜਾ ਕੇ ਮਨੁੱਖੀ ਮਨ ਵਿੱਚ ਸਵਾਰਥ ਔਰ ਸੈਲਫਿਸ਼ਨੈਸ ਨਹੀਂ ਰਹਿੰਦੀ, ਜਿੱਥੇ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ, ਜਿੱਥੇ ਬੰਦਾ ਹਰ ਪਾਸੇ ਰੱਬੀ ਨੂਰ, ਉਹਦੇ ਜ਼ਹੂਰ, ਉਹਦੇ ਜਲਵੇ ਨੂੰ ਵੇਖਦਾ ਹੈ। ਉਹ ਆਨੰਦ ਦੀ ਅਵਸਥਾ ਹੈ, ਉਹ ਖੁਸ਼ੀ ਦੀ ਅਵਸਥਾ ਹੈ। ਤੇ ਗੁਰੂ ਜੀ ਕਹਿੰਦੇ ਨੇ ਕਰਹਿ ਆਨੰਦ। ਉਹ ਆਨੰਦ ਮਾਣਦੇ ਨੇ। ਕਿਉਂ? ਸੱਚਾ ਮਨ ਸੋਏ। ਇੱਥੇ ਮਨ ਦੇ ਨੰਨੇ ਨਾਲ ਸਿਹਾਰੀ ਹੈ, ਮਨ ਵਿੱਚ। ਸੋਏ ਦਾ ਮਤਲਬ ਸਾਰ ਲੈਣ ਵਾਲਾ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ, ਉਹਨਾਂ ਦੀ ਮੈਂਟੈਲਿਟੀ ਦੇ ਅੰਦਰ ਸਾਰ ਲੈਣ ਵਾਲਾ ਸੱਚਾ ਰੱਬ ਵਸਦਾ ਹੈ। ਇਸ ਕਰਕੇ ਆਨੰਦ ਮਾਣਦਾ। ਇਹਦਾ ਮਤਲਬ ਆਨੰਦ ਅਸੀਂ ਮਾਣ ਸਕਦੇ ਹਾਂ ਸਾਰੇ। ਮੈਂ ਵੀ ਮਾਣ ਸਕਦਾ, ਤੁਸੀਂ ਵੀ ਮਾਣ ਸਕਦੇ ਹੋ, ਪਰ ਉਹਦੇ ਵਾਸਤੇ ਇੱਕੋ ਹੀ ਸ਼ਰਤ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਹੈ, ਸੱਚ ਹੈ ਉਹਨਾਂ ਦੇ ਮਨ ਵਿੱਚ, ਔਰ ਸਾਰ ਲੈਣ ਵਾਲਾ ਹੈ। ਜਿਹਦੇ ਅੰਦਰ ਸਾਰ ਲੈਣ ਵਾਲਾ ਰੱਬ ਵਸੇਗਾ ਨਾ, ਉਹ ਦੂਜਿਆਂ ਦੀ ਸਾਰ ਲਵੇਗਾ। ਰੱਬ ਸਾਰਿਆਂ ਦੀ ਸਾਰ ਲੈਂਦਾ ਨਾ। ਤੇ ਅਸੀਂ ਤੇ ਕਦੀ ਆਪਣੇ ਗੁਆਂਢੀਆਂ ਦੀ ਸਾਰ ਨਹੀਂ ਲਈ, ਅਸੀਂ ਆਪਣੇ ਪੜੋਸੀਆਂ ਦੀ ਸਾਰ ਤੱਕ ਨਹੀਂ ਲਈ। ਬੱਚੇ ਆਪਣੇ ਮਾਂ-ਬਾਪ ਦੀ ਸਾਰ ਨਹੀਂ ਲੈ ਰਹੇ, ਬੰਦਾ ਆਪਣੇ ਭੈਣਾਂ ਭਰਾਵਾਂ ਦੀ ਸਾਰ ਨਹੀਂ ਲੈਂਦਾ। ਕਹਿੰਦੇ ਨੇ ਨਾ, ਦੇਖੋ ਸਭ ਤੋਂ ਜ਼ਿਆਦਾ ਬੱਚਿਆਂ ਦੇ ਨਾਲ ਪਿਆਰ ਵੈਸੇ ਤੇ ਹਰ ਮਾਂ-ਬਾਪ ਕਰਦਾ ਹੈ, ਪਰ ਬਾਂਦਰੀ ਜਿਹੜੀ ਹੈ ਨਾ, ਬਾਂਦਰੀ, ਉਹ ਆਪਣੇ ਮਰੇ ਬੱਚੇ ਨੂੰ ਵੀ ਛਾਤੀ ਨਾਲ ਲਾਈ ਫਿਰਦੀ ਜਦੋਂ ਤੱਕ ਉਹਦਾ ਦੂਜਾ ਬੱਚਾ ਨਹੀਂ ਹੁੰਦਾ, ਮਰੇ ਨੂੰ ਵੀ ਚੁੱਕੀ ਫਿਰਦੀ। ਤੇ ਕਹਿੰਦੇ ਨੇ ਕਿਤੇ ਰੇਤੇ ਦੇ ਵਿੱਚ ਪੈਰ ਸੜੇ ਸਨ ਨਾ, ਤੇ ਬਾਂਦਰੀ ਨੇ ਆਪਣਾ ਬੱਚਾ ਹੀ ਲਾ ਕੇ ਥੱਲੇ ਪੈਰਾਂ ਤੇ ਧਰ ਲਿਆ ਸੀ। ਪਤਾ ਤੇ ਉਦੋਂ ਲੱਗਦਾ ਨਾ ਜਦੋਂ ਪੈਰਾਂ ਨੂੰ ਸੇਕ ਲੱਗੇ, ਤੇ ਉਦੋਂ ਕੋਈ ਤਿਆਗ ਕਰੇ। ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਮਨ ਦੇ ਅੰਦਰ ਸੱਚਾ ਹੁੰਦਾ ਹੈ ਤੇ ਉਹ ਆਨੰਦ ਮਾਣਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੱਚ ਹੈ। ਉਹ ਆਨੰਦ ਮਾਣਦੇ ਨੇ। ਆਨੰਦ ਉਸ ਅਵਸਥਾ ਦਾ ਨਾਮ ਹੈ ਜਿੱਥੇ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ। ਤੇ ਇਹ ਆਨੰਦ ਉਹਨਾਂ ਦੀ ਜ਼ਿੰਦਗੀ ਵਿੱਚ ਬਣਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੱਚ ਹੁੰਦਾ ਹੈ।
ਔਰ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਦੂਜਿਆਂ ਦੀ ਵੀ ਸਾਰ ਲੈਂਦੇ ਨੇ, ਦੂਜਿਆਂ ਦੇ ਅੰਦਰ ਵੀ ਦਾਤ ਵੰਡਦੇ ਨੇ, ਪਰ ਵੰਡੇਗਾ ਤੇ ਉਹਨਾਂ ਦੀ ਤੇ ਆਪਣੇ ਅੰਦਰ ਹੋਏਗਾ। ਅਗਲਾ ਬਚਨ ਕਰਦੇ ਨੇ, ਸੱਚਖੰਡ ਵਸੈ ਨਿਰੰਕਾਰ। ਹੁਣ ਇਸ ਚੀਜ਼ ਨੂੰ ਧਿਆਨ ਦੇ ਨਾਲ ਅਸਾਂ ਸਮਝਣ ਦਾ ਯਤਨ ਕਰਨਾ ਹੈ। ਸੱਚਖੰਡ ਦਾ ਮਤਲਬ ਸੱਚ ਦੇ ਖੰਡ ਵਿੱਚ। ਜਿਵੇਂ ਧਰਮਖੰਡ ਸੀ, ਤਾਂ ਇਹ ਕੋਈ ਕਈ ਲੋਕਾਂ ਨੇ, ਵਿਦਵਾਨ ਵੀਰਾਂ ਨੇ ਟੀਕਾ ਕਰਦਿਆਂ ਨਾ ਐਸੀ ਵਿਚਾਰ ਦਿੱਤੀ ਹੈ ਕਿ ਆਤਮਾ ਜਿਹੜੀ ਹੈ ਮਰਨ ਤੋਂ ਬਾਅਦ ਟਰੈਵਲ ਕਰਦੀ ਹੈ। ਪਹਿਲਾ ਧਰਮਖੰਡ ਹੈ, ਫਿਰ ਉੱਤੇ ਗਿਆਨ ਖੰਡ ਹੈ, ਉੱਤੇ ਸਰਮਖੰਡ ਹੈ, ਫਿਰ ਕਰਮਖੰਡ ਤੇ ਉੱਤੇ ਫਿਰ ਸੱਚਖੰਡ। ਇਹ ਚੀਜ਼ ਨਹੀਂ ਹੈ, ਕਿਉਂਕਿ ਅਸੀਂ ਇਹਦੇ ਬਾਰੇ ਵਿਚਾਰ ਕਰ ਰਹੇ ਹਾਂ। ਇੱਕ ਸੋਚ ਹੈ। ਧਰਮਖੰਡ ਕਿਹਨੂੰ ਕਹਿੰਦੇ ਨੇ? ਜਿੱਥੇ ਬੰਦਾ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ। ਗਿਆਨ ਖੰਡ ਜਿਹੜਾ ਗਿਆਨ ਦੀ ਅਵਸਥਾ ਵਿੱਚ ਜੀ ਰਿਹਾ ਹੈ। ਸਰਮਖੰਡ ਦਾ ਮਤਲਬ ਮਿਹਨਤ ਕਰਨ ਵਾਲੀ ਅਵਸਥਾ, ਜਿੱਥੇ ਬੰਦਾ ਘਾਲ ਕਮਾਈ ਕਰਦਾ ਹੈ। ਕਰਮਖੰਡ ਦਾ ਮਤਲਬ ਕਿ ਜਿੱਥੇ ਬੰਦਾ ਉਹ ਕਰਮ ਕਰੇ ਜਿਨ੍ਹਾਂ ਕਰਮਾਂ ਤੋਂ ਖੁਸ਼ ਹੋ ਕੇ ਇਹਨੂੰ ਬਖਸ਼ਿਸ਼ ਮਿਲ ਜਾਏ, ਕਿ ਉਸ ਚੀਜ਼ ਦਾ ਪਾਤਰ ਬਣ ਜਾਏ। ਤੇ ਸੱਚਖੰਡ ਦਾ ਮਤਲਬ ਉਹ ਖੰਡ, ਉਹ ਟੁਕੜਾ ਜਿਹਦੇ ਵਿੱਚ ਸੱਚ ਵਸਦਾ ਹੈ। ਖੰਡ ਦੇ ਡੱਡੇ ਨਾਲ ਸਿਹਾਰੀ ਨਾ, ਖੰਡ ਵਿੱਚ। ਖੰਡ ਦਾ ਮਤਲਬ ਟੁਕੜਾ, ਸਰੀਰ, ਉਹ ਜਗ੍ਹਾ, ਅਸਥਾਨ। ਜਿਵੇਂ ਦੇਖੋ, ਅਸੀਂ ਇਸ ਵੇਲੇ ਕਲਾਸ ਦੇ ਅੰਦਰ 60-70 ਵੀਰ ਭੈਣਾਂ ਕਰੀਬ ਬੈਠੇ, ਹਾਂਜੀ, ਤੇ ਇਹ 60-70 ਟੁਕੜੇ ਨੇ। ਮੈਂ ਇੱਕ ਵੱਖਰਾ ਟੁਕੜਾ ਵਾਂ, ਮੇਰਾ ਸਰੀਰ ਵੱਖਰਾ ਨਾ ਤੁਹਾਡੇ ਤੋਂ, ਤੁਹਾਡੇ ਵੱਖਰੇ ਵੱਖਰੇ ਸਰੀਰ ਨੇ। ਤੇ ਜਿਸ ਸਰੀਰ ਦੇ ਅੰਦਰ ਸੱਚ ਆ ਗਿਆ ਉਹਨੂੰ ਕਹਿੰਦੇ ਨੇ ਸੱਚਖੰਡ। ਜਿਹਨੇ ਸੱਚ ਨੂੰ ਜਾਣ ਲਿਆ, ਸੱਚ ਵਾਲੀ ਅਵਸਥਾ, ਉਹਨੂੰ ਸੱਚਖੰਡ ਕਹਿ ਰਹੇ ਨੇ। ਜੇ ਚੀਜ਼ ਸਮਝ ਨਹੀਂ ਆਈ ਤੇ ਕੋਈ ਵੀਰ ਭੈਣ ਹੱਥ ਖੜਾ ਕਰ ਸਕਦੇ ਹੋ, ਮੈਨੂੰ ਦਿਸ ਜਾਏਗਾ, ਮੈਂ ਦੁਬਾਰਾ ਰਿਪੀਟ ਕਰ। ਹਾਂਜੀ, ਸੱਚਖੰਡ। ਸੱਚਖੰਡ ਦਾ ਮਤਲਬ ਜਿਹਦੇ ਮਨ ਦੇ ਅੰਦਰ ਸੱਚ ਵਸ ਗਿਆ, ਜਿਹੜਾ ਬੰਦਾ ਮਨ, ਬਚਨ ਔਰ ਕਰਮ ਕਰਕੇ ਸੱਚਾ ਹੋ ਗਿਆ, ਉਸ ਅਵਸਥਾ ਨੂੰ, ਉਸ ਮੈਂਟੈਲਿਟੀ ਨੂੰ ਸੱਚ ਕਹਿ ਰਹੇ। ਹਾਂ ਵੀਰ ਅਵਤਾਰ ਸਿੰਘ, ਆ ਗਈ ਸਮਝਣਾ? ਤੁਸੀਂ ਹੱਥ ਖੜਾ ਕੀਤਾ। ਹੋਰ ਕੋਈ ਹੱਥ ਖੜਾ ਕਰ ਸਕਦੇ ਹੋ, ਕਿਉਂਕਿ ਇੱਥੋਂ ਅੱਗੇ ਜਾਣ ਤੋਂ ਪਹਿਲਾਂ ਅਨਮਿਊਟ ਨਾ ਹੋਇਓ, ਹੱਥ ਖੜਾ ਕਰ ਸਕਦੇ ਹੋ, ਜਿਸ ਕਰਕੇ ਚੀਜ਼ ਅਸੀਂ ਸਮਝ ਸਕੀਏ। ਠੀਕ ਹੈ। ਹਾਂ ਵੀਰ ਅਰਵਿੰਦਰ ਸਿੰਘ ਜੀ, ਜਿਵੇਂ ਤੁਸੀਂ ਹੋ, ਤਾਂ ਤੁਸੀਂ ਮਨ, ਬਚਨ ਔਰ ਕਰਮ ਕਰਕੇ ਤੁਹਾਡੇ ਅੰਦਰ ਸੱਚ ਵਸ ਜਾਏ, ਤੁਹਾਡੀ ਮੈਂਟੈਲਿਟੀ ਵੀ ਸੱਚੀ ਹੋ ਜਾਏ, ਤੁਹਾਡੇ ਬੋਲ ਵੀ ਸੱਚੇ ਹੋ ਜਾਣ, ਤੁਹਾਡਾ ਵਿਹਾਰ ਵੀ ਸੱਚਾ ਹੋ ਜਾਏ, ਤਾਂ ਤੁਹਾਡਾ ਜੀਵਨ ਇੱਕ ਸੱਚ ਦਾ ਟੁਕੜਾ ਹੋ ਗਿਆ। ਇਹਨੂੰ ਕਵਾਂਗੇ ਸੱਚਖੰਡ। ਇੱਕ ਮੈਂਟੈਲਿਟੀ, ਇੱਕ ਅਵਸਥਾ, ਇੱਕ ਸੋਚ। ਸਮਝ ਆ ਗਈ? ਹਾਂ, ਜਿਹੜੀ ਇਹ ਸੋਚ ਹੈ ਨਾ ਸੱਚ ਵਾਲੀ, ਜਦੋਂ ਇਹ ਸੱਚ ਵਾਲੀ ਸੋਚ ਬਣ ਜਾਏ, ਇਹ ਸਾਰੇ ਉਤਲੇ ਕਰਮ ਅਪਣਾ ਕੇ ਸਚਿਆਰ ਹੋ ਗਏ, ਜਿਵੇਂ ਅਸੀਂ ਹੁਣ ਤੱਕ ਵਿਚਾਰ ਕਰਦੇ ਰਹੇ ਹਾਂ, ਐਸਾ ਜੀਵਨ ਬਣ ਗਿਆ, ਉਸ ਸੋਚ ਨੂੰ ਗੁਰੂ ਜੀ ਕਹਿ ਰਹੇ ਨੇ ਸੱਚਖੰਡ। ਜਿਹੜੀ ਸੱਚ ਵਾਲੀ ਸੋਚ ਹੈ, ਫਿਰ ਉੱਥੇ ਕੀ ਦਿਸਦਾ ਹੈ? ਵਸੈ ਨਿਰੰਕਾਰ। ਵਸੈ ਨਿਰੰਕਾਰ ਦਾ ਮਤਲਬ ਉਸ ਬੰਦੇ ਨੂੰ ਫਿਰ ਚਾਰ ਚਫੇਰੇ ਨਿਰੰਕਾਰ ਵਸਦਾ ਹੋਇਆ ਨਜ਼ਰੀ ਪੈਂਦਾ। ਸੱਚਖੰਡ ਦਾ ਮਤਲਬ ਜਿਸ ਦੇ ਸੋਚ ਸੱਚੀ ਹੋ ਗਈ ਮਨ, ਬਚਨ, ਕਰਮ ਕਰਕੇ, ਉਸ ਅਵਸਥਾ ਵਿੱਚ ਫਿਰ ਚਾਰ ਚਫੇਰੇ ਰੱਬ ਵਸਦਾ ਨਜ਼ਰੀ ਪੈਂਦਾ, ਫਿਰ ਹੋਰ ਨਹੀਂ ਕੋਈ ਦਿਸਦਾ। ਜਿਵੇਂ ਉੱਤੇ ਵੇਖਿਆ ਹੈ ਨਾ, ਉੱਥੇ ਕਰਮਖੰਡ ਕੀ ਬਾਣੀ ਜੋਰ, ਇੱਥੇ ਹੋਰ ਨਾ ਕੋਈ ਹੋਰ, ਉੱਥੇ ਫਿਰ ਹੋਰ ਨਹੀਂ ਕੋਈ ਦਿਸਦਾ। ਫਿਰ ਇੱਕ ਜੋਤ ਨਜ਼ਰੀ ਪੈਂਦੀ ਹੈ ਕਿ ਜੋ ਮੇਰੇ ਅੰਦਰ ਹੈ, ਇਹ ਦੂਜਿਆਂ ਦੇ ਅੰਦਰ ਵੀ ਹੈ। ਜੋ ਮੇਰੀਆਂ ਭਾਵਨਾਵਾਂ ਨੇ, ਉਹ ਦੂਜਿਆਂ ਦੀਆਂ ਭਾਵਨਾਵਾਂ। ਚਾਰ ਚੁਫੇਰੇ ਉਹਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਦਿਸਦਾ ਹੈ। ਇਸ ਅਵਸਥਾ ਤੇ ਹੀ ਜਦੋਂ ਆਪ ਗੁਰਬਾਣੀ ਨੂੰ ਲਗਾਤਾਰ ਪੜ੍ਹੋਗੇ ਨਾ, ਤਾਂ 35 ਦੇ 35 ਮਹਾਂਪੁਰਖ ਇੱਕੋ ਆਵਾਜ਼ ਵਿੱਚ ਕਹਿ ਰਹੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਇੱਕ ਓੰਕਾਰ ਕੀ ਇੱਕ ਹੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ। ਗੁਰੂ ਅਮਰਦਾਸ ਜੀ ਵੀ ਇਹ ਗੱਲ ਕਹਿ ਰਹੇ ਨੇ ਕਿ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਨੇ, ਜੋ ਦਿਸੈ ਸੋ ਤੇਰਾ ਰੂਪ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਸਰਬ ਵਿਆਪਕਤਾ ਦੀ ਗੱਲ ਕਰਦੇ, ਕਹਿੰਦੇ ਨੇ, ਘਟ ਘਟ ਮੈਂ ਹਰ ਜੂ ਵਸੈ। ਭਗਤ ਕਬੀਰ ਜੀ ਵੀ ਇਹੋ ਹੀ ਗੱਲ ਕਹਿੰਦੇ ਨੇ।
लोगा भरम ना भूलो भाई, खालक खलक खलक मैं खालिक पूर रहो सरब ठाई। बाबा फरीद जी भी यही गल कहते हैं कि फरीदा खालक खलक मैं खलक वसै रब माहे, मंदा किस नूं आखिए जां तिस बिन कोई ना है, कि जदों तेरे तो बिना कोई है ही नहीं ते मंदा किनू कहो। भगत नामदेव जी भी यही गल कहते ने, अस्थावर जंगम कीट पतंगम घट घट राम समाना रे। भगत रविदास जी भी यही गल कहते ने, तो ही मोही तो ही अंतर कैसा। ते भाई नंद लाल सिंह जी गोया भी ये गल कहते ने, कहंदा है भी ये बंदिया जे तेरा दिल सियाना होवे ना, ते तेरा यार रब अंदर तेरे बैठा होया है, बाहर नहीं है। दिल अगर दाना बवद अंदर किनारस यार हस्त, ते जे तेरी वेखण वाली अख होए ना, चार चफेरे तेरे यार दे दर्शन हो रहे हैं। चसम गर बीना बवद दर हर तरफ दीदार हस्त, हर पासे ओदे दीदार ने। इनू कहंदे ने सच खंड वसे निरंकार। साडे वीरां ने बहुतियां ने बहुत गलत ढंग नाल प्रचारिया है कि उत्ते कोई सचखंड है जिथे रब वसदा है। ऐसा कोई सचखंड नहीं है, क्योंकि रब सर्व व्यापक है। घट घट मैं हर जू वसे दी गल है, एक ही पसरिया होया है, जल थल महियल पूरिया रविया विच वना। सचखंड दा मतलब ਉਹ अवस्था जिथे बंदा सच नूं जान लैंदा है, फिर जिहड़ा सच नूं जान लैंदा है ਉਹਨੂੰ चार चफेरे निरंकार वसदा होया नजरी पैंदा। ते की नजरी पैंदा? कर कर वेखै नदर निहाल। कर कर दा मतलब रच रच के, वेखे दा मतलब वेख रहा है, संभाल कर रहा है। ਉਹ ਸੱਚ ਦੇ ਨਾਲ ਜੁੜੇ ਹੋਏ ਇਨਸਾਨ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਜੋ ਰਚਨਹਾਰ ਹੈ ਰਚ ਕੇ ਆਪ ਹੀ ਇਸ ਰਚਨਾ ਦੇ ਅੰਦਰ ਸੰਭਾਲ ਕਰ ਰਿਹਾ ਹੈ। ਹੁਣ ਦੇਖੋ ਮੇਰੇ ਅੰਦਰ ਮੇਰੀ ਸੰਭਾਲ ਉਹ ਕਰ ਰਿਹਾ ਨਾ, ਮੈਂ ਰੋਟੀ ਖਾਣ ਵਾਸਤੇ ਤੇ ਟਰਾਈ ਕਰਨਾ, ਪਾਣੀ ਪੀਣ ਲਈ, ਕੱਪੜੇ ਪੀਣ ਲਈ, ਪਾਣ ਲਈ, ਪਰ ਕਦੇ ਤੁਸੀਂ ਯਾਦ ਰੱਖਿਆ ਵੀ ਤੁਹਾਡਾ ਦਿਲ ਧੜਕਿਆ ਕਿ ਨਹੀਂ ਅਗਲੀ ਧੜਕਣ? ਹਾਲਾਂਕਿ ਦਿਲ ਜੇ ਇੱਕ ਵਾਰ ਧੜਕਣਾ ਬੰਦ ਕਰ ਦੇ ਬੰਦਾ ਮਰ ਜਾਏਗਾ। ਕਦੇ ਤੁਸੀਂ ਸੋਚਿਆ ਵੀ ਯਾਰ ਮੈਂ ਇੱਕ ਸਾਹ ਲੈ ਲਿਆ ਤੇ ਦੂਜਾ ਨਾ ਲਿਆ ਤੇ ਮੈਂ ਮਰ ਜਾਵਾਂਗਾ? ਆਪਣੇ ਆਪ ਆ ਰਿਹਾ ਨਾ ਖੂਨ ਸਰਕਲ, ਸਾਰਾ ਕੁਝ ਸੰਭਾਲ ਹੋ ਤੇ ਰਹੀ ਹੈ। ਰੁੱਖਾਂ ਦਰਖਤਾਂ ਦੇ ਵਿੱਚ ਸੰਭਾਲ ਹੋ ਤੇ ਰਹੀ ਹੈ। ਉਹ ਬੰਦਾ ਫਿਰ ਇਸ ਚੀਜ਼ ਨੂੰ ਸਮਝ ਲੈਂਦਾ ਹੈ, ਨਦਰ ਨਿਹਾਲ, ਕਿ ਉਹ ਨਦਰ ਦੇ ਨਾਲ ਨਿਹਾਲ ਕਰ ਰਿਹਾ ਹੈ, ਚਾਰ ਚੁਫੇਰੇ ਉਹਦੀ ਰਹਿਮਤ ਬਰਸ ਰਹੀ, ਉਹਨੂੰ ਇਹ ਸਮਝ ਆ ਜਾਂਦੀ। ਔਰ ਹਕੀਕਤ ਹੈ, ਕਦੇ ਤੁਸੀਂ ਵੈਰ ਵਿਰੋਧ ਈਰਖਾ ਦਵੇਸ਼ ਹੰਕਾਰ ਤੋਂ ਰਹਿਤ ਹੋ ਕੇ ਬਾਹਰ ਕਿਤੇ ਕੁਦਰਤ ਦੇ ਅੰਦਰ ਚਲੇ ਜਾਓ ਤੇ ਤੁਸੀਂ ਕਿਸੇ ਇੱਕ ਫੁੱਲ ਨੂੰ ਦੇਖੋਗੇ ਤੇ ਤੁਸੀਂ ਐਨ ਖੁਸ਼ੀ ਦੇ ਨਾਲ ਉਛਲੋਗੇ। ਤੁਹਾਨੂੰ ਕੋਇਲ ਦੀ ਕੁਹੂ ਕੁਹੂ मोह लवेगी। विस्माद नाद, विस्माद वेद, विस्माद जी, विस्माद भेद, विस्माद रूप, विस्माद रंग, हर चीज तुहानू विस्माद विच ले जाए। अगला बचन करते ने, तिथे खंड मंडल वरपंड, वो जिहड़ी सचखंड वाली अवस्था है, ये नहीं कि उत्ते सचखंड विच। देखो हुण यह चीज बिल्कुल स्पष्ट हो रही है। उस अवस्था विच ਜਦੋਂ ਤੁਹਾਡੇ ਮਨ ਦੀ ਸੋਚ ਇਹ ਬਣਦੀ ਹੈ, ਜਦੋਂ ਸਾਡੇ ਅੰਦਰੋਂ ਈਰਖਾ ਦਵੇਸ਼ ਖਤਮ ਹੋ ਕੇ ਅਸੀਂ ਸੱਚ ਦੇ ਅੰਦਰ ਸਮਾ ਜਾਂਦੇ ਹਾਂ, ਅੰਦਰ ਗਿਆਨ ਦੀ ਅਵਸਥਾ ਬਣਦੀ ਹੈ ਤੇ ਸਮਝ ਪੈਂਦੀ ਹੈ ਕਿ ਤਿੱਥੇ ਖੰਡ ਮੰਡਲ ਵਰਪੰਡ, ਉੱਥੇ ਫਿਰ ਦਿਸਦਾ ਹੈ ਕਿ ਅਨੇਕਾਂ ਖੰਡ ਨੇ, ਟੁਕੜੇ ਨੇ ਧਰਤੀ ਦੇ, ਅਨੇਕਾਂ ਮੰਡਲ ਨੇ, ਅਨੇਕਾਂ ਬ੍ਰਹਿਮੰਡ ਨੇ, ਕੋਈ ਇੱਕ ਬ੍ਰਹਿਮੰਡ ਨਹੀਂ, ਅਨੰਤ ਬ੍ਰਹਿਮੰਡ। ਅਸੀਂ ਕਹਿੰਦੇ ਨਾ ਸਾਡਾ ਇੱਕ ਬ੍ਰਹਿਮੰਡ ਹੈ, ਜਿਹਦੇ ਵਿੱਚ ਇੱਕ ਸੂਰਜ ਹੈ, ਇੱਕ ਚੰਦਰਮਾ ਹੈ, ਇੱਕ ਧਰਤੀ ਹੈ, ਆਕਾਸ਼ ਗੰਗਾ ਹੈ, ਇਹ ਸਾਡਾ ਆਪਣਾ ਇੱਕ ਬ੍ਰਹਿਮੰਡ ਹੈ। ਪਰ ਇੱਕ ਬ੍ਰਹਿਮੰਡ ਨਹੀਂ ਹੈ। ਆਪ ਦੇ ਵਿੱਚੋਂ ਸਾਰਿਆਂ ਨੇ ਵੇਖਿਆ ਹੈ ਨਾ, ਬਹੁਤਿਆਂ ਨੇ ਉਹ ਫੈਂਟਾਸਟਿਕ ਟ੍ਰਿਪ, ਤੇ ਸਾਡੇ ਇਸ ਬ੍ਰਹਿਮੰਡ ਦੀ ਤੇ ਹੋਂਦ ਹੀ ਨਹੀਂ, ਤੇ ਕਿਤੇ ਜਾ ਕੇ ਇੱਕ ਬਿੰਦੂ ਵਰਗਾ ਵੀ ਨਹੀਂ ਦਿਸਦਾ। ਸਾਡੀ ਆਕਾਸ਼ ਗੰਗਾ ਜਿਹੜੀ ਹੈ, ਮਿਲਕੀ ਵੇ, ਇਹ ਤੇ ਕਿਤੇ ਨਜ਼ਰ ਵੀ ਨਹੀਂ ਪੈਂਦੀ, ਪਤਾ ਹੀ ਨਹੀਂ ਲੱਗਦਾ ਕਿ ਗਈ ਕਿੱਧਰ। ਕਿਤਨੀਆਂ ਆਕਾਸ਼ ਗੰਗਾਵਾਂ ਭੁਆਂਟਲੀਆਂ ਲੈ ਰਹੀਆਂ ਨੇ, ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ। ਇਹ ਉੱਥੇ ਦੀ ਗੱਲ ਹੈ ਜਦੋਂ ਬੰਦਾ ਸੱਚ ਦੇ ਨਾਲ ਜੁੜਦਾ ਹੈ, ਜਦੋਂ ਇਹਦੀ ਸੱਚ ਨੂੰ ਜਾਣਨ ਵਾਲੀ ਅਵਸਥਾ ਬਣਦੀ ਹੈ, ਜਦੋਂ ਇਹ ਯੂਨੀਵਰਸਲ ਟਰੁਥ ਨੂੰ ਜਾਣਦਾ ਹੈ, ਜਦੋਂ ਇਹ ਵਿਆਪਕ ਸੱਚ ਨੂੰ ਜਾਣਦਾ ਹੈ,
ਜਦੋਂ ਇਹਨੂੰ ਯਥਾਰਥ ਗਿਆਨ ਹੁੰਦਾ ਹੈ ਤਾਂ ਇਹਨੂੰ ਸਮਝ ਪੈਂਦੀ ਹੈ ਉਸ ਸੱਚਖੰਡ ਵਾਲੀ ਅਵਸਥਾ ਵਿੱਚ ਕਿ ਅਨੰਤ ਖੰਡ ਮੰਡਲ ਬ੍ਰਹਿਮੰਡ ਨੇ। ਜੇ ਕੋ ਕਥੈ ਤਾਂ ਅੰਤ ਨਾ ਅੰਤ, ਕਿ ਜੇ ਕੋਈ ਉਹਨਾਂ ਖੰਡਾਂ ਬ੍ਰਹਿਮੰਡਾਂ ਨੂੰ ਕਥਨਾ ਚਾਹੇ, ਗਿਣਨਾ ਚਾਹੇ, ਤਾਂ ਉਹਦਾ ਕੋਈ ਅੰਤ ਨਹੀਂ ਹੈ। ਇਹਦੇ ਬਾਰੇ ਅਸੀਂ ਪਿੱਛੇ ਵਿਚਾਰ ਆਏ ਹਾਂ, ਕਿਵੇਂ ਗਿਣੋਗੇ? ਕਿ ਖੰਡ ਮੰਡਲ ਬ੍ਰਹਿਮੰਡ ਗਿਣੇ ਜਾ ਸਕਦੇ ਨੇ, ਜੀਵ ਜੰਤ ਗਿਣੇ ਜਾ ਸਕਦੇ ਨੇ, ਕਿੰਨੀਆਂ ਧਰਤੀਆਂ, ਕਿੰਨੇ ਆਕਾਸ਼, ਕਿੰਨੇ ਚੰਦਰਮਾ, ਕਿੰਨੇ ਸੂਰਜ, ਇਹਦਾ ਕੋਈ ਅੰਤ ਹੀ ਨਹੀਂ ਹੈ। ਅਨੰਤ ਅਨੰਤ ਨੇ ਜੇ ਕੋਈ ਕਥਨਾ ਚਾਹੇ ਤਾਂ ਉਹਦਾ ਅੰਤ ਨਹੀਂ ਪੈਂਦਾ। ਇਸ ਗੱਲ ਦੀ ਸਮਝ ਸੱਚਖੰਡ ਵਾਲੀ ਅਵਸਥਾ ਵਿੱਚ ਆਉਂਦੀ ਹੈ ਜਦੋਂ ਬੰਦਾ ਯਥਾਰਥ ਸੱਚ ਨੂੰ ਜਾਣ ਲੈਂਦਾ ਹੈ। ਤਿੱਥੈ ਲੋ ਲੋ ਆਕਾਰ, ਲੋ ਦਾ ਮਤਲਬ ਲੋਕ, ਜਿਵੇਂ ਕਈਆਂ ਨੇ 3 ਲੋਕ ਹੀ ਮੰਨੇ ਨੇ, ਆਕਾਸ਼, ਸਵਰਗ ਔਰ ਪਤਾਲ ਵਗੈਰਾ। ਕਈਆਂ ਨੇ 14 ਲੋਕ ਮੰਨੇ ਨੇ, ਕਿਸੇ ਨੇ 18 ਤਵ। ਯਾਨੀ ਲੋਕ ਦਾ ਮਤਲਬ ਕਿੱਥੇ ਲੋ ਲੋ ਆਕਾਰ, ਆਕਾਰ ਦਾ ਮਤਲਬ ਜੋ ਸਰੀਰ ਨੇ, ਚਾਹੇ ਨਿੱਕੇ ਜਿਹੇ ਬੈਕਟੀਰੀਆ ਤੋਂ ਲੈ ਕੇ ਧਰਤੀ ਤੱਕ ਜੋ ਵੀ ਇਸ ਦੁਨੀਆ ਦੇ ਵਿੱਚ ਆਕਾਰ ਹੈ, ਯਾਨੀ ਅਨੰਤ ਅਨੰਤ ਉੱਥੇ ਲੋਕ ਨੇ, ਅਨੰਤ ਆਕਾਰ ਨੇ, ਹਰ ਸ਼ੈ ਅਨੰਤ ਅਨੰਤ ਹੈ, ਕਿਸੇ ਚੀਜ਼ ਦਾ ਵੀ ਅੰਤ ਨਹੀਂ ਹੈ। ਇਹ ਸਮਝ ਕਦੋਂ ਪੈਂਦੀ ਹੈ? ਜਦੋਂ ਸੱਚ ਦਾ ਇਹ ਖੰਡ ਬਣਦਾ ਹੈ, ਜਦੋਂ ਸਾਡੇ ਅੰਦਰ ਸੱਚ ਵਸ ਜਾਂਦਾ। ਤੇ ਨਾਲ ਫਿਰ ਇੱਕ ਸਮਝ ਪੈਂਦੀ ਹੈ, ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਜਿਤਨੇ ਵੀ ਖੰਡ ਮੰਡਲ ਬ੍ਰਹਿਮੰਡ ਨੇ, ਜਿਵੇਂ ਜਿਵੇਂ ਹੁਕਮ ਹੈ ਨਾ, ਤਿਵੇਂ ਤਿਵੇਂ ਉਹ ਕਾਰ ਕਰਦੇ ਨੇ, ਹੁਕਮ ਤੋਂ ਬਾਹਰ ਨਹੀਂ। ਤੇ ਹੁਕਮ ਦਾ ਮਤਲਬ ਇਹ ਨਹੀਂ ਕਿ ਰੱਬ ਉੱਤੇ ਬੈਠਾ ਕਿਤੇ ਵੱਖਰਾ ਹੁਕਮ ਦੇ ਰਿਹਾ ਹੈ, ਵੱਖਰਾ ਰੱਬ ਤਾਂ ਹੈ ਨਹੀਂ, ਸਮਾਇਆ ਹੋਇਆ ਹੈ। ਹੁਕਮ ਦਾ ਮਤਲਬ ਸਿਸਟਮ। ਬਿਨਾਂ ਅਨਮਿਊਟ ਰਹਿ ਕੇ ਹੀ ਸਾਰੇ ਬੋਲੋ, ਹੁਕਮ ਦਾ ਮਤਲਬ ਸਿਸਟਮ। ਸਿਸਟਮ, ਉਹ ਸਿਸਟਮ ਦੇ ਅੰਦਰ ਕਾਰ ਕਰ ਰਹੀ ਹਰ ਚੀਜ਼, ਚਾਹੇ ਉਹ ਮੈਂ ਹਾਂ ਜਾਂ ਤੁਸੀਂ ਹੋ, ਚਾਹੇ ਕੋਈ ਨਿੱਕੀ ਜਿਹੀ ਕੀੜੀ ਹੈ ਜਾਂ ਵੱਡੀ ਸਾਰੀ ਧਰਤੀ ਹੈ, ਜਾਂ ਇਹ ਪੂਰਾ ਯੂਨੀਵਰਸ ਹੈ। ਇਹ ਸਭ ਕੁਝ ਕਿਸੇ ਸਿਸਟਮ ਦੇ ਅੰਦਰ ਹੈ, ਕਾਇਦੇ ਕਾਨੂੰਨ ਦੇ ਅੰਦਰ ਹੈ, ਨੇਮ ਨੇ ਨੇਚਰ ਦੇ। ਉਹਨੂੰ ਚਾਹੇ ਲਾ ਆਫ ਨੇਚਰ ਕਹੋ ਜਾਂ ਲਾ ਆਫ ਫਿਜ਼ਿਕਸ ਕਹੋ। ਮਤਲਬ ਲਾ ਆਫ ਨੇਚਰ ਦਾ ਮਤਲਬ ਕਿ ਪੂਰੇ ਯੂਨੀਵਰਸ ਦਾ ਜੋ ਨਿਯਮ ਹੈ, ਨਿਯਮਾਵਲੀ ਹੈ, ਉਹਦੇ ਅੰਦਰ ਕੰਮ ਕਰ ਰਿਹਾ। ਇਹ ਚੀਜ਼ ਸਮਝ ਆ ਜਾਂਦੀ। ਵੇਖੈ ਵਿਗਸੈ ਕਰ ਵਿਚਾਰ, ਬੰਦਾ ਫਿਰ ਇਸ ਚੀਜ਼ ਨੂੰ ਵੇਖਦਾ ਹੈ, ਰੱਬ ਦਾ ਪਿਆਰਾ। ਵਿਗਸੈ ਖੁਸ਼ ਹੁੰਦਾ, ਕਰ ਵਿਚਾਰ ਦਾ ਮਤਲਬ ਵਿਚਾਰ ਕਰ। ਇਹਦੇ ਅਰਥ 2 ਤਰ੍ਹਾਂ ਕੀਤੇ ਨੇ ਵਿਦਵਾਨ ਪੁਰਸ਼ਾਂ ਨੇ, ਕਿ ਰੱਬ ਆਪਣੇ ਇਸ ਕੀਤੇ ਹੋਏ ਨੂੰ ਆਪ ਹੀ ਵੇਖਦਾ ਹੈ, ਰਚਦਾ ਹੈ। ਵੇਖਦਾ ਦਾ ਮਤਲਬ ਸੰਭਾਲ ਕਰਦਾ ਹੈ, ਤੇ ਇਹਦੀ ਵਿਚਾਰ ਕਰਦਾ ਹੈ, ਔਰ ਵਿਚਾਰ ਕਰਦਾ ਹੋਇਆ ਵਿਕਸਿਤ ਹੈ, ਖੁਸ਼ ਹੈ, ਪ੍ਰਸੰਨ ਹੈ, ਖੇੜੇ ਵਿੱਚ। ਇਥੋਂ 2 ਚੀਜ਼ਾਂ ਨਿਕਲਦੀਆਂ ਨੇ। ਸਾਡੇ ਹਰ ਕਰਮ ਦੀ ਵਿਚਾਰ ਹੋ ਰਹੀ ਹੈ ਔਰ ਉਹਦਾ ਫਲ ਮਿਲ ਰਿਹਾ ਹੈ। ਤੇ ਇਹ ਨਹੀਂ ਕਿ ਫਲ ਮਰਨ ਤੋਂ ਬਾਅਦ ਮਿਲੇਗਾ, ਨਾਲ ਦੇ ਨਾਲ ਮਿਲ ਰਿਹਾ ਹੈ, ਨਾਲ ਦੇ ਨਾਲ ਵਿਚਾਰ ਹੋ ਰਹੀ ਹੈ। ਇਹ ਅਸੀਂ ਕੰਟੀਨਿਊ ਵਿਚਾਰਦੇ ਆ ਰਹੇ ਹਾਂ। ਜੇ ਕੋਈ ਬੱਚਾ ਠੀਕ ਪੜ੍ਹ ਰਿਹਾ ਹੈ ਤਾਂ ਇਹ ਕੁਦਰਤ ਦਾ ਕਾਨੂੰਨ ਉਹਨੂੰ ਵਿਚਾਰੀ ਜਾ ਰਿਹਾ ਹੈ, ਨਾਲ ਦੇ ਨਾਲ ਉਹਨੂੰ ਫਲ ਮਿਲਦਾ ਹੈ ਕਿ ਉਹ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦਾ ਹੈ। ਤੇ ਜੇ ਕੋਈ ਬੱਚਾ ਠੀਕ ਤਰ੍ਹਾਂ ਪੜ੍ਹਾਈ ਨਹੀਂ ਕਰਦਾ ਤਾਂ ਉਹ ਨਾ ਸਮਝੇ ਕਿ ਮੇਰੀ ਵਿਚਾਰ ਨਹੀਂ ਹੋ ਰਹੀ, ਸਿਸਟਮ ਵਿਚਾਰ ਰਿਹਾ ਹੈ, ਉਹ ਫੇਲ ਹੋ ਜਾਂਦਾ ਹੈ। ਜੇ ਅਸੀਂ ਅੰਦਰੇ ਅੰਦਰ ਕਿਸੇ ਨਾਲ ਈਰਖਾ ਕਰਦੇ ਹਾਂ ਤਾਂ ਅਸੀਂ ਮਤ ਸਮਝੀਏ ਕਿ ਸਾਡੀ ਵਿਚਾਰ ਨਹੀਂ ਹੋ ਰਹੀ, ਸਾਡੇ ਅੰਦਰ ਉਹ ਸਿਸਟਮ ਵਿਚਾਰ ਰਿਹਾ ਹੈ। ਸਾਡੀ ਖੁਸ਼ੀ ਉਦੋਂ ਖਤਮ ਹੋ ਜਾਂਦੀ ਹੈ, ਅਸੀਂ ਅੰਦਰੇ ਅੰਦਰ ਸੜੀ ਜਾਂਦੇ ਹਾਂ। ਤੇ ਜਦੋਂ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ ਨਾ, ਅੰਦਰ ਪਿਆਰ ਦੀ ਭਾਵਨਾ ਹੁੰਦੀ ਹੈ, ਤਾਂ ਮਤ ਸਮਝੋ ਕਿ ਵਿਚਾਰ ਨਹੀਂ ਹੋ ਰਹੀ, ਅੰਦਰਲਾ ਸਿਸਟਮ ਵਿਚਾਰ ਰਿਹਾ ਹੈ। ਉਦੋਂ ਤੁਸੀਂ ਖੁਸ਼ ਹੁੰਦੇ ਹੋ, ਉਦੋਂ ਤੁਸੀਂ ਪ੍ਰਸੰਨ ਹੁੰਦੇ ਹੋ। ਇਹ ਨਾਲ ਦੇ ਨਾਲ ਸਾਰਾ ਕੁਝ ਰੱਬ ਇਸ ਕਾਇਨਾਤ ਦੇ ਅੰਦਰ ਸਮਾਇਆ ਹੋਇਆ ਹੈ। ਇਸ ਕਾਇਨਾਤ ਦੀ ਥੋੜੀ ਵਿਚਾਰ ਕਰੋ ਨਿਸ਼ਪਕਸ਼ ਹੋ ਕੇ, ਇਹਨੂੰ ਨਿਸ਼ਪਕਸ਼ ਹੋ ਕੇ ਵੇਖੋ। ਜਦੋਂ ਨਿਸ਼ਪਕਸ਼ ਹੋ ਕੇ ਵਿਚਾਰ ਕਰੋਗੇ, ਨਿਸ਼ਪਕਸ਼ ਹੋ ਕੇ ਇਹਨੂੰ ਵੇਖੋਗੇ, ਫਿਰ ਅੰਦਰ ਖੇੜਾ ਆਏਗਾ, ਫਿਰ ਅੰਦਰ ਪ੍ਰਸੰਨਤਾ ਆਏਗੀ। ਫਿਰ ਇੱਥੇ ਗਮੀਆਂ ਦੀ ਕੋਈ ਜਗ੍ਹਾ ਹੀ ਨਹੀਂ ਹੈ, ਇੱਥੇ ਦੁੱਖਾਂ ਦੀ ਕੋਈ ਜਗ੍ਹਾ ਨਹੀਂ ਹੈ। ਹੋਂਦ ਸੁੱਖਾਂ ਦੀ ਹੈ, ਦੁੱਖ ਤਾਂ ਸੁੱਖ ਦੀ ਅਣਹੋਂਦ ਕਰਕੇ ਹੈ। ਇੱਥੇ ਚਿੰਤਾ ਦੀ ਕੋਈ ਜਗ੍ਹਾ ਨਹੀਂ ਹੈ, ਜਗ੍ਹਾ ਕੇਵਲ ਖੁਸ਼ੀ ਦੀ ਹੈ।
चिंता फिर की है? खुशी दी अणहोंद दा नाम चिंता है। सुख दी अणहोंद दा नाम दुख है। होंद केवल चानने दी है, हनेरा चानने दी अणहोंद दा नाम है। जिथे चानन नहीं हुंदा उत्थे हनेरा हो जांदा है। जिथे सुख नहीं हुंदा उत्थे दुख आ जांदा है। कुदरत दा नियम है। कुदरत किसी चीज नूं खाली नहीं छड्डदी। जिथों असीं एक चीज हटाने आ दूजी चीज कुदरत भेज दिंदी है। मान लो तुहाडे कोल एक गिलास पानी दा भरिया होया है ते तुसीं उस गिलास नूं चुक के मुद्दा करके डोल दिता, गिलास खाली हो गया जी। असीं गिलास नूं खाली कीता, पर कुदरत ने नाल दे नाल उस गिलास नूं हवा दे नाल भर दिता। जे उस गिलास विच हवा ना होए चिपक जाएगा, नाल दे नाल हवा आ जाएगी। तुसीं अपनी जिंदगी चों खुशी नूं कढिया, चिंता लियाउण दी लोड़ नहीं, चिंता आपे आ जाएगी। सच नूं अपने मन चों कढ दो, झूठ आपे आ जाएगा। प्रेम नूं कढ दिओ, ईरखा दे नाल आपे भरे जाओगे। निम्रता नूं कढ दिओ, हंकार आपे आ जाएगा। ऐन ढेरां दे ढेर आ जाणगे। हुण की रखना चाहते हो, खुशी जां गमी, सुख जां दुख, ईरखा जां प्रेम, सच जां झूठ, धर्म जां अधर्म? चॉइस है तुहाडी, चॉइस है मेरी। तां वेखे विकसे कर विचार, नानक कथना करड़ा सार। सार दा मतलब लोहा। जे ते भुजे छोले मिलन, खिल्लां, खिल्लां दा नां लैके ਚੱਬਣ ते जी कर गया ना, मजा आउंदा खिल्लां ਚੱਬ के। ਤੇ ਜੇ ਕੋਈ ਕਵੇ ਵੀ ਤੁਹਾਨੂੰ ਲੋਹੇ ਦੇ ਚਣੇ ਦੇਾਂਗੇ ਚੱਬਣ ਲਈ, ਫਿਰ ਲੋਹੇ ਦੇ ਚਣੇ ਨਹੀਂ ਚੱਬੇ ਜਾਣੇ। ਜਿਵੇਂ ਲੋਹੇ ਦੇ ਚਣੇ ਚੱਬਣੇ ਇੰਪੋਸੀਬਲ ਹੈ, ਐਵੇਂ ਕਥਨਾ यानी इस अवस्था नूं बयान करना लोहे दे चने चबान दी बराबर है। लोहे दी तरह करड़ा है, इंपॉसिबल है। इनू मान सकते हो, इहदा अंत नहीं पा सकते। कहण दा मतलब इहदा अंत नहीं पा सकते। जिन्ना कुण मैं कह सकिया मैं क्या है, पर यह एंड नहीं है। कोई दूजा वीर तुहाडे विचों, मेरे नालों सारे सियाणे भैणां ते वीर बैठे हो, जे तुसीं इहनूं एक्सप्लेन करोगे मेरे नालों होर चंगा करोगे। कोई तुहाडे तो पढ़िया आ जाएगा, होर चंगा एक्सप्लेन करेगा। मेरियां गल्लां कोई एंड नहीं हन। ਇਹ ਤਾਂ ਕੀ ਯਤਨ ਹੈ ਨਿੱਕਾ ਜਿਹਾ। ਇਹ ਤਾਂ ਇਸ ਬ੍ਰਹਿਮੰਡ ਦੇ ਸਾਹਮਣੇ ਰੇਤ ਦੇ ਕਣਕੇ ਜਿੰਨਾ ਮੈਂ ਇੱਕ ਯਤਨ ਕਰ ਰਿਹਾ, ਰੇਤ ਦੇ ਕਣਕੇ ਜਿੰਨਾ ਵੀ ਮੈਂ ਜ਼ਿਆਦਾ ਕਹਿ ਰਿਹਾ, ਤੇ ਟਰਾਈ ਹੈ, ਯਤਨ ਕਰ ਰਿਹਾ। ਇਹ ਐਂਡ ਨਹੀਂ ਹੈ, ਕੋਈ ਵੀ ਇਹਦਾ ਅੰਤ ਨਹੀਂ ਪਾ ਸਕਦਾ। ਜਿਵੇਂ ਲੋਹੇ ਦੇ ਚਣੇ ਨਹੀਂ ਨਾ ਚਬਾਏ ਜਾ ਸਕਦੇ, ਐਵੇਂ ਇਸ ਚੀਜ਼ ਦਾ, ਰੱਬ ਦੇ ਗੁਣਾਂ ਦਾ, ਰੱਬ ਦੇ ਗੁਣਾਂ ਤੋਂ ਉਪਜੀ ਖੁਸ਼ੀ ਦਾ, ਸਚਿਆਰ ਹੋਣ ਦੇ ਨਾਲ ਜਿਹੜੀ ਖੁਸ਼ੀ ਮਿਲਦੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇੰਨੀ ਵੱਡੀ ਮਹਾਨਤਾ, ਇੰਨਾ ਸੋਹਣਾ ਜੀਵਨ ਅਸੀਂ ਸਾਰੇ ਜੀ ਸਕਦੇ ਹਾਂ। ਸਾਡੇ ਅੰਦਰ ਪੋਸੀਬਿਲਿਟੀ ਹੈ, ਸਾਡੇ ਅੰਦਰ ਸੰਭਾਵਨਾਵਾਂ ਨੇ, ਸਾਡੇ ਅੰਦਰ ਉਹ ਛਿਪੀਆਂ ਹੋਈਆਂ ਤਾਕਤਾਂ ਨੇ, ਉਹਨਾਂ ਨੂੰ ਪ੍ਰਗਟ ਕਰਨਾ ਹੈ। ਸਿਰਫ ਸਾਨੂੰ ਇਹ ਪੜ੍ਹਾ ਦਿੱਤਾ ਗਿਆ ਹੈ ਕਿ ਤੁਸੀਂ ਕੁਝ ਨਹੀਂ ਕਰ ਸਕਦੇ। ਅਸੀਂ ਆਪ ਵੀ ਮੰਨ ਬੈਠੇ ਹਾਂ ਸਾਡੇ ਵੱਸ ਤਾਂ ਕੁਝ ਨਹੀਂ, ਸਾਨੂੰ ਨਹੀਂ ਦੀ ਬਾਣੀ ਦੀ ਸਮਝ ਆਉਣੀ, ਆਮ ਬੰਦਾ ਥੋੜੀ ਸਮਝ। ਅਸੀਂ ਇਹ ਗੱਲਾਂ ਬਾਰ-ਬਾਰ ਕਹਿ ਕੇ ਦੂਰ ਚਲੇ ਗਏ ਹਾਂ। ਦੇਖੋ, ਗੁਰੂ ਜੀ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਇਹ ਨਹੀਂ ਕਰ ਸਕਦੇ। ਗੁਰੂ ਜੀ ਤਾਂ ਕਹਿ ਰਹੇ ਨੇ ਹੁਕਮ ਰਜ਼ਾਈ ਚੱਲਣਾ। ਜੇ ਚੱਲ ਹੀ ਨਾ ਸਕਦੇ ਹੁੰਦੇ ਤਾਂ ਗੁਰੂ ਜੀ ਨੇ ਕਹਿਣਾ ਹੀ ਕਿਉਂ ਸੀ? ਕਰ ਸਕਦੇ ਹੋ, ਖੁਸ਼ੀਆਂ ਮਾਣ ਸਕਦੇ ਹੋ। ਇੰਨੀਆਂ ਖੁਸ਼ੀਆਂ ਨੇ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੰਨੇ ਗੁਣ ਨੇ ਤੁਹਾਡੇ ਅੰਦਰ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਾਣ ਸਕਦੇ ਹੋ ਪਰ ਅੰਤ ਨਹੀਂ ਪਾ ਸਕਦੇ। ਇੰਨਾ ਉੱਚਾ ਹੋ ਸਕਦੇ ਹੋ ਜਿਹਦਾ ਕੋਈ ਅੰਤ ਨਹੀਂ ਹੈ। ਤਾਂ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਬਾਣੀ ਮੁਤਾਬਕ ਸਾਨੂੰ ਜ਼ਿੰਦਗੀ ਜੀਣੀ ਚਾਹੀਦੀ ਹੈ। ਕਿੰਨਾ ਕੁਛ ਨਵੇਂ-ਨਵੇਂ ਰਾਜ ਖੁੱਲਣਗੇ, ਕਿੰਨਾ ਕੁਛ ਅਸੀਂ ਗੁਰਮਤ ਤੋਂ ਉਲਟ ਕਰੀ ਜਾ ਰਹੇ ਹਾਂ। ਕਿੰਨੀਆਂ ਸਾਡੇ ਅੰਦਰ ਸਮਰੱਥਾਵਾਂ ਨੇ ਜਿਨ੍ਹਾਂ ਤੋਂ ਅਸੀਂ ਬੇਖਬਰ ਹਾਂ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਹਰ ਸਿੱਖ ਵੀਰ ਭੈਣ ਹਰ ਘਰ ਦੇ ਅੰਦਰ ਆਪ ਬਾਣੀ ਪੜ੍ਹੇ, ਗੁਰਬਾਣੀ ਨੂੰ ਵਿਚਾਰੇ। ਇਹਨਾਂ ਰਾਹਾਂ ਤੇ ਅਸੀਂ ਆਪ ਵੀ ਚੱਲੀਏ, ਇੱਕ ਦੂਜੇ ਦਾ ਅਸੀਂ ਸਹਿਯੋਗ ਵੀ ਕਰੀਏ, ਜਿਸ ਕਰਕੇ ਇਹ ਸਾਡਾ ਸੰਸਾਰ ਬੇਗਮ ਪੂਰਾ ਹੋ ਜਾਏ, ਖੁਸ਼ੀਆਂ ਵਾਲਾ ਹੋ ਜਾਏ। ਸਾਡਾ ਆਪਣਾ ਜੀਵਨ, ਸਾਡਾ ਪਰਿਵਾਰਕ ਜੀਵਨ, ਸਾਡਾ ਇਹ ਸਮਾਜ, ਸਾਡਾ ਇਹ ਸੰਸਾਰ स्वर्ग बन जाए। ये सब कुछ साडे हथ दे अंदर है। जे असी सिस्टम नूं फॉलो करिए,
ਜੇ ਅਸੀਂ ਹੁਕਮ ਰਜ਼ਾਈ ਚੱਲੀਏ ਤਾਂ ਅਸੀਂ ਸਚਿਆਰ ਹੋ ਸਕਦੇ ਹਾਂ। ਮੈਂ ਇੰਨਾ ਕੁਝ ਕਹਿੰਦਾ ਇੱਥੇ ਹੀ ਖਿਮਾ ਦਾ ਜਾਚ